ਪੰਜਾਬ ਸਰਕਾਰ ਦਾ ਕੰਮ ਤਾਂ ਇਹ ਹੈਗਾ ਕਿ ਘਰ ਦਾਣੇ ਨਹੀਂ ਮਾਂ ਪੀਣ ਚੱਲੀ ਹੈ। ਕਹਿਣ ਨੂੰ ਲੀਡਰ ਕਹਾਉਂਦੇ ਨੇ, ਐਮਸੀ ਦੀ ਚੋਣ ਤਾਂ ਇਹ ਜਿੱਤ ਨਹੀਂ ਸਕਦੇ। ਆਪਣੇ ਆਪ ਨੂੰ ਇਹ ਕੌਮੀ ਲੀਡਰ ਕਹਾਉਣ ਦਾ ਯਤਨ ਕਰਦੇ ਨੇ। ਇਹ ਨਰਿੰਦਰ ਮੋਦੀ ਸਾਹਿਬ ਕਰਦੇ ਪਤਾ ਨਹੀਂ ਕੀ ਨੇ। ਜੇ ਇਹਨਾਂ ਨੇ 16 ਦੇ ਵਿੱਚ ਨੋਟਬੰਦੀ ਕੀਤੀ ਤਾਂ 8 ਨਵੰਬਰ ਨੂੰ ਰਾਤ ਨੂੰ ਅਨਾਉਂਸਮੈਂਟ ਕਰਤੀ ਕਿ ਕੱਲ ਤੋਂ 1000 ਤੇ 500 ਦੇ ਨੋਟ ਜਿਹੜੇ ਆ ਉਹ ਮਤਲਬ ਲਾਗੂ ਨਹੀਂ ਰਹਿਣਗੇ। ਇਹ ਖਤਮ ਹੋ ਗਏ ਨੇ, ਨਵੀਂ ਕਰੰਸੀ ਆਊਗੀ। ਲੋਕਾਂ ਨਾਲ ਕੀ ਕੁਝ ਵਾਪਰਿਆ? GST ਲਾਗੂ ਕੀਤਾ, ਅੱਜ ਤੱਕ ਜਵਾਬ ਨਹੀਂ ਦੇ ਸਕੇ। ਤੁਸੀਂ ਮੈਨੂੰ ਐਂ ਦੱਸੋ ਵੀ ਕਿਤੇ ਨਰਿੰਦਰ ਮੋਦੀ ਦਾ ਇਸ ਗੱਲ ਤੇ ਜਵਾਬ ਆਇਆ ਕਿ 107 ਮੁਲਕਾਂ ਦੇ ਵਿੱਚ ਭੁੱਖਮਰੀ ਦੇ ਵਿੱਚ ਅਸੀਂ 94ਵੇਂ ਸਥਾਨ ਤੇ ਪਹੁੰਚ ਗਏ ਹਾਂ। ਤੇ ਮਨ ਕੀ ਬਾਤ ਦੇ ਵਿੱਚ ਇਸ ਸਥਾਨ ਤੇ ਕਿਉਂ ਪਹੁੰਚੇ? GDP ਲਗਾਤਾਰ ਨੈਗੇਟਿਵ ਹੁੰਦੀ ਜਾ ਰਹੀ ਹੈ, ਉਧਰਲੇ ਪਾਸੇ ਅਸੀਂ ਕਿਉਂ ਪਹੁੰਚੇ? ਕਦੇ ਨਰਿੰਦਰ ਮੋਦੀ ਨੇ ਇਸ ਗੱਲ ਨੂੰ ਸਮਝਾਇਆ? ਹੁਣ ਜੇ ਕਿਸਾਨੀ ਆਰਡੀਨੈਂਸ ਤੋਂ ਪਹਿਲਾਂ ਬਣੇ, ਬਾਅਦ ਦੇ ਵਿੱਚ ਇਹੀ ਕਿਸਾਨੀ ਆਰਡੀਨੈਂਸ ਜਿਹੜੇ ਨੇ ਬਿੱਲ ਦਾ ਰੂਪ ਧਾਰਨ ਕੀਤਾ, ਤਾਂ ਮੋਦੀ ਸਾਹਿਬ ਲੋਕਾਂ ਨੂੰ ਸਪਸ਼ਟ ਕਰਨ ਵੀ ਕਿੰਨੇ ਕਿਸਾਨਾਂ ਦੇ ਨਾਲ ਇਹਨੂੰ ਲਾਗੂ ਕਰਨ ਤੋਂ ਪਹਿਲਾਂ ਗੱਲਬਾਤ ਕੀਤੀ ਸੀ। ਆਪ ਸੁੱਤਿਆਂ ਪਿਆ ਤੁਸੀਂ ਸਾਰਾ ਕੁਝ ਨਹੀਂ ਕਰ ਸਕਦੇ, ਉਲਟਾ ਕਿਸਾਨ ਨੂੰ ਚੜਾ ਰਹੇ ਹੋ। ਜਦੋਂ ਬਾਰ-ਬਾਰ ਇਹ ਕਹਿੰਦੇ ਹੋ ਕਿ ਇਹ ਬਿੱਲ ਕभी जब तक ਮੋਦੀ ਹੈ ਲਾਗੂ ਰਹੇਗਾ, ਪਿੱਛੇ ਹਟਣ ਦਾ ਸਵਾਲ ਪੈਦਾ ਨਹੀਂ ਹੁੰਦਾ। ਫਿਰ ਤੁਸੀਂ ਕਿਸਾਨਾਂ ਨੂੰ ਦਿੱਲੀ ਬੁਲਾਇਆ ਕਾਹਦੇ ਵਾਸਤੇ ਜਦੋਂ ਪਿੱਛੇ ਹੀ ਨਹੀਂ ਹਟਣਾ ਹੈਗਾ? ਕੀ ਲੱਗਦਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਸੁਪਨਿਆਂ ਦੀ ਦੁਨੀਆ ਦੇਖ ਰਹੇ ਹੈ? ਅੰਦੋਲਨ ਦੇ ਪਿੱਛੇ ਕਾਂਗਰਸ ਪਾਰਟੀ ਹੈਗੀ ਹੈ। ਕਿਸਾਨ ਅੰਦੋਲਨ ਜਿਹੜਾ ਹੈ ਉਹ ਕੋਈ ਅੰਦੋਲਨ ਨਹੀਂ ਹੈਗਾ। ਅਸੀਂ ਕਿਸਾਨਾਂ ਦੇ ਮਫਾਦ ਲਈ ਜੋ ਕੁਝ ਕੀਤਾ ਹੈ। ਔਰ ਪੰਜਾਬ 'ਚ ਉਹਨਾਂ ਨੇ ਆਪਣੇ ਭਾਜਪਾ ਜਿੰਨੇ ਲੀਡਰ ਨੇ ਉਹਨਾਂ ਨੂੰ ਇੰਸਟਰਕਸ਼ਨਸ ਦਿੱਤੀਆਂ ਕਿ ਜੋ ਮਰਜ਼ੀ ਕਰੋ, ਲੇਕਿਨ ਕਿਸੇ ਤਰ੍ਹਾਂ ਇਸ ਅੰਦੋਲਨ ਨੂੰ ਤੁਸੀਂ ਫੇਲ ਕਰਨ ਦੀ ਕੋਸ਼ਿਸ਼ ਕਰੋ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ ਨਜ਼ਰੀਆ ਦੀ ਡਿਬੇਟ ਮੀਡੀਆ ਦੀਆਂ ਨਜ਼ਰਾਂ 'ਚ ਲੈ ਕੇ ਦਰਸ਼ਕਾਂ ਦੀ ਸੇਵਾ 'ਚ ਹਾਜ਼ਰ ਹੋਏ ਹਾਂ। ਇੱਕੋ ਮੁੱਦਾ ਹੈ, ਕਿਸਾਨੀ ਅੰਦੋਲਨ ਅਤੇ ਮੋਦੀ ਸਰਕਾਰ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ JP ਨੱਡਾ ਉਹ ਲਗਾਤਾਰ ਪੰਜਾਬ ਦੇ ਆਪਣੇ ਆਗੂਆਂ ਨੂੰ ਇਹ ਸੁਨੇਹਾ ਦੇ ਰਹੇ ਹੈ ਕਿ ਪਿੰਡਾਂ 'ਚ ਛਾ ਜਾਓ ਤੇ ਕਿਸਾਨਾਂ ਨੂੰ ਸਮਝਾਓ ਕਿ ਅੱਛੇ ਦਿਨ ਆ ਗਏ ਹੈ। ਇਹ ਤਾਂ ਪੰਜਾਬ ਵਾਲੇ ਚੰਗੀ ਤਰ੍ਹਾਂ ਜਾਣਦੇ ਹੈ ਕਿ ਕਿਵੇਂ ਘੜੀ ਲੰਘਦੀ ਹੈ। ਥੋੜਾ ਜਿਹਾ ਦਰਵਾਜ਼ਾ ਖੜਕਦਾ ਕਿ ਲੱਗਦਾ ਕਿਸਾਨ ਆ ਗਏ। ਕੌਮੀ ਪ੍ਰਧਾਨ ਨੱਡਾ ਨੇ ਅੱਜ ਦਿੱਲੀ ਵਿੱਚ ਜਿਹੜੀ ਕਿ ਪੰਜਾਬ ਦੇ ਆਗੂਆਂ ਦੇ ਨਾਲ ਮੀਟਿੰਗ ਬੁਲਾਈ ਹੈ, ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ। ਉਹਨਾਂ ਨਾਲ ਰਾਏ ਮਸ਼ਵਰਾ ਕੀਤਾ ਜਾ ਰਿਹਾ ਹੈ ਕਿ ਦੱਸੋ ਤਾਂ ਸਹੀ, ਸੱਪ ਵੀ ਮਰ ਜੇ ਤੇ ਸੋਟੀ ਵੀ ਨਾ ਟੁੱਟੇ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਇਸ ਖਿੱਤੇ ਦੇ ਸੀਨੀਅਰ ਕਦਾਵਰ ਜਰਨਲਿਸਟ ਮੇਰੀ ਬੇਨਤੀ ਪ੍ਰਵਾਨ ਕਰਕੇ ਜੁੜੇ ਨੇ। ਹਰਕਮਲਜੀਤ ਸਿੰਘ ਜੀ, ਏਸ ਪ੍ਰਾਸ਼ਰ, ਜਸਪਾਲ ਸਿੰਘ ਢਿੱਲੋਂ, ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਹਰਕਮਲ ਜੀ, ਪਹਿਲਾ ਸਵਾਲ, ਜਿਸ ਢੰਗ ਦੇ ਨਾਲ ਕੇਂਦਰ ਵੱਲੋਂ ਪੰਜਾਬ ਦੀ ਕਿਸਾਨੀ ਦੀ ਬਾਂਹ ਮਰੋੜੀ ਜਾ ਰਹੀ ਹੈ, ਦੂਜੇ ਪਾਸੇ ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਇਹ ਆਖ ਰਹੇ ਹੈ ਪੰਜਾਬ ਦੇ ਆਗੂਆਂ ਨੂੰ ਕਿ ਪਿੰਡਾਂ 'ਚ ਜਾਓ ਤੇ ਛਾ ਜਾਓ। ਜੋ ਅਸਲੀਅਤ ਹੈ, ਜੋ ਸਥਿਤੀਆਂ ਪੰਜਾਬ ਦੀਆਂ, ਕੀ ਲੱਗਦਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਸੁਪਨਿਆਂ ਦੀ ਦੁਨੀਆ ਦੇਖ ਰਹੇ ਹੈ? ਭਾਜਪਾ ਤੇ ਪੰਜਾਬ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਹਰਕਮਲ ਜੀ? ਜਗਤਾਰ ਜੀ, ਕੱਲੀ ਜਿਹੜੀ ਬਾਂਹ ਮਰੋੜੀ ਜਾ ਰਹੀ ਹੈ ਉਹ ਕਿਸਾਨ ਅੰਦੋਲਨ ਦੀ ਜਾਂ ਕਿਸਾਨਾਂ ਦੀ ਨਹੀਂ। ਮੈਨੂੰ ਲੱਗਦਾ ਹੈ ਕਿ ਭਾਜਪਾ ਨੇ ਫੈਸਲਾ ਕਰ ਲਿਆ ਹੈ ਕਿ ਜਿੰਨੀਆਂ ਕਾਂਗਰਸ ਸਰਕਾਰਾਂ ਨੇ ਸੂਬਿਆਂ 'ਚ, ਉਹਨਾਂ ਦੀ ਵੀ ਬਾਂਹ ਮਰੋੜੋ। ਪੰਜਾਬ ਸਰਕਾਰ ਦੀ ਵੀ ਬਾਂਹ ਮਰੋੜੀ ਜਾ ਰਹੀ ਹੈ ਕਿਉਂਕਿ ਉਹ ਸੌਫਟ ਹੈਗੇ ਨੇ ਕਿਸਾਨ ਅੰਦੋਲਨ ਪ੍ਰਤੀ। ਔਰ JP ਨੱਡਾ ਨੇ ਜਿਵੇਂ 2 ਦਿਨ ਪਹਿਲਾਂ ਇੱਕ ਲੈਕਚਰ ਦਿੱਤਾ ਹੈ, ਆਨਲਾਈਨ ਲੈਕਚਰ ਦਿੱਤਾ ਸੀ ਉਹਨਾਂ ਨੇ, ਕਮਲ ਸ਼ਰਮਾ ਦੇ ਯਾਦ 'ਚ ਉਹਨਾਂ ਨੇ ਇੱਕ ਲੈਕਚਰ ਰੱਖਿਆ ਹੋਇਆ ਸੀ। ਉਹਦੇ 'ਚ ਵੀ ਸੇਮ ਗੱਲਾਂ ਉਹਨਾਂ ਸਾਰੀਆਂ ਕਹੀਆਂ ਕਿ ਜੀ ਇਸ ਅੰਦੋਲਨ ਦੇ ਪਿੱਛੇ ਕਾਂਗਰਸ ਪਾਰਟੀ ਹੈਗੀ ਹੈ। ਕਿਸਾਨ ਅੰਦੋਲਨ ਜਿਹੜਾ ਹੈ ਉਹ ਕੋਈ ਅੰਦੋਲਨ ਨਹੀਂ ਹੈਗਾ। ਅਸੀਂ ਕਿਸਾਨਾਂ ਦੇ ਮਫਾਦ ਲਈ ਜੋ ਕੁਝ ਕੀਤਾ ਹੈ। ਔਰ ਪੰਜਾਬ 'ਚ ਉਹਨਾਂ ਨੇ ਆਪਣੇ ਭਾਜਪਾ ਜਿੰਨੇ ਲੀਡਰ ਨੇ ਉਹਨਾਂ ਨੂੰ ਇੰਸਟਰਕਸ਼ਨਸ ਦਿੱਤੀਆਂ ਕਿ ਜੋ ਮਰਜ਼ੀ ਕਰੋ, ਲੇਕਿਨ ਕਿਸੇ ਤਰ੍ਹਾਂ ਇਸ ਅੰਦੋਲਨ ਨੂੰ ਤੁਸੀਂ ਫੇਲ ਕਰਨ ਦੀ ਕੋਸ਼ਿਸ਼ ਕਰੋ।
ਔਰ ਉਹ ਲੱਗੇ ਨੇ, ਪਰ ਬੇਸ਼ੱਕ ਅੰਦੋਲਨ ਇੰਨਾ ਜ਼ੋਰਦਾਰ ਹੈ ਕਿ ਉਹਦੇ ਸਾਹਮਣੇ ਭਾਜਪਾ ਕਿਤੇ ਨਜ਼ਰ ਨਹੀਂ ਆਉਂਦੀ। ਔਰ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਜਿਸ ਢੰਗ ਦੇ ਨਾਲ ਭਾਜਪਾ ਨੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਲੋਕਾਂ ਤੋਂ, ਪੰਜਾਬ ਦੇ ਲੋਕਾਂ ਤੋਂ ਆਈਸੋਲੇਟ ਕਰ ਲਿਆ ਹੈ। ਇਹ ਕਹਿਣਾ ਕਿ ਤੁਸੀਂ ਪੰਜਾਬ ਦੇ ਪਿੰਡਾਂ 'ਚ ਜਾ ਕੇ ਛਾ ਜਾਓ, ਛਾਣਾ ਦੇ ਕੀ ਹੈ ਜੀ, ਪਿੰਡਾਂ 'ਚ ਕਿਸੇ ਨੇ ਇਹਨਾਂ ਨੂੰ ਵੜਨ ਨਹੀਂ ਦੇਣਾ। ਜੋ ਅੱਜ ਦੇ ਹਾਲਾਤ ਹੈਗੇ ਨੇ, ਲੋਕਾਂ ਨੇ ਪਿੰਡਾਂ 'ਚ ਲਿਖ ਕੇ ਬੋਰਡ ਲਾਤੇ ਨੇ ਕਈ ਥਾਵਾਂ ਤੇ ਕਿ ਸਾਡੇ ਪਿੰਡ ਦੇ ਵਿੱਚ ਕੋਈ ਭਾਜਪਾ ਦਾ ਆਗੂ ਐਂਟਰ ਨਾ ਕਰੇ। ਔਰ ਇਹ ਤੁਸੀਂ ਦੇਖਣਾ ਆਉਣ ਵਾਲੇ ਸਮੇਂ ਪੰਜਾਬ ਦੇ ਬਹੁਤੇ ਪਿੰਡਾਂ 'ਚ ਇਹੀ ਹਾਲ ਹੋਏਗਾ ਕਿ ਬੀਜੇਪੀ ਦਾ ਉੱਥੇ ਵੜਨਾ ਵੀ ਮੁਸ਼ਕਲ ਹੋ ਜਾਏਗਾ। ਬੀਜੇਪੀ ਦਾ ਕੋਈ ਵਰਕਰ ਨਹੀਂ ਉਹਨਾਂ ਨੇ ਉੱਥੇ ਵੜਨ ਦੇਣਾ। ਅੱਛਾ, ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜੇਪੀ ਨੱਡਾ ਜਿਸ ਤਰ੍ਹਾਂ ਬੈਠੇ ਦਿੱਲੀ 'ਚ ਕਹੀ ਜਾ ਰਹੇ ਨੇ, ਪਤਾ ਨਹੀਂ ਉਹਨਾਂ ਦੀ ਕੀ ਸੋਚ ਹੈ, ਮੈਨੂੰ ਸਮਝ ਨਹੀਂ ਪੈ ਰਹੀ। ਕੌਣ ਉਹਨਾਂ ਨੂੰ ਐਡਵਾਈਸ ਕਰ ਰਿਹਾ ਹੈ, ਕੌਣ ਉਹਨਾਂ ਨੂੰ ਬਰੀਫ ਕਰ ਰਿਹਾ ਹੈ, ਔਰ ਕਿਹੋ ਜਿਹੀ ਇਨਫੋਰਮੇਸ਼ਨ ਦੇ ਬੇਸ ਤੇ ਉਹ ਕੰਮ ਕਰ ਰਹੇ ਨੇ, ਮੈਨੂੰ ਉਹ ਸਮਝ ਨਹੀਂ ਪੈ ਰਹੀ। ਲੇਕਿਨ ਮੈਂ ਜੋ ਮਹਿਸੂਸ ਕਰ ਰਿਹਾ ਕਿ ਉਹ ਇੱਕ ਆਪਣੀ ਦੁਨੀਆ 'ਚ ਰਹਿ ਕੇ ਇਸ ਅੰਦੋਲਨ ਦੇ ਨਾਲ ਨਿਪਟਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹਦੇ 'ਚ ਕਿ ਉਹ ਕਾਮਯਾਬ ਨਹੀਂ ਹੋ ਸਕਦੇ। ਜੀ ਪ੍ਰਾਸ਼ਾ ਜੀ, ਜੋ ਪ੍ਰਸਥਿਤੀਆਂ ਪੰਜਾਬ ਦੀਆਂ ਬਣੀਆਂ, ਤੁਹਾਡਾ ਵੀ ਜਿੱਦਾਂ ਮੈਂ ਹਮੇਸ਼ਾ ਕਮੈਂਟਸ ਕਰਦਾ ਕਿ ਬਹੁਤ ਲੰਬਾ ਤਜਰਬਾ ਹੈ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਜਾਣਨ ਦਾ, ਰਿਪੋਰਟਿੰਗ ਕਰਨ ਦਾ। ਜੋ ਪ੍ਰਸਥਿਤੀ ਪ੍ਰਾਸ਼ਾ ਜੀ ਇਸ ਵੇਲੇ ਪੰਜਾਬ ਦੀ ਹੈ, ਮੈਂ ਕਹਾਂਗਾ ਕਿ ਦਹਾਕਿਆਂ ਬਾਅਦ ਪੰਜਾਬ ਏਡੇ ਵੱਡੇ ਸੰਕਟ ਦੇ ਵਿੱਚ ਇਸ ਵੇਲੇ ਧੱਕਿਆ ਜਾ ਰਿਹਾ ਹੈ। ਜੇਪੀ ਨੱਡਾ ਕੀ ਕਹਿ ਰਿਹਾ ਹੈ, ਪ੍ਰਧਾਨ ਮੰਤਰੀ ਕੀ ਕਹਿ ਰਿਹਾ ਹੈ, ਪੰਜਾਬ ਦੀਆਂ ਕੀ ਪ੍ਰਸਥਿਤੀਆਂ ਹੈ, ਪ੍ਰਾਸ਼ਾ ਜੀ ਮੈਂ ਦਰਸ਼ਕਾਂ ਲਈ ਜਾਣਨਾ ਚਾਹਨਾ ਤੁਹਾਡੇ ਕੋਲੋਂ। ਜਗਤਾਰ ਜੀ, ਇਸ ਵੇਲੇ ਹਾਲਤ ਹੈ ਪੰਜਾਬ ਦੇ ਵਿੱਚ ਕਿ ਜੇ ਕਿਸੇ ਸਿਆਸੀ ਪਾਰਟੀ ਦੀ ਸਭ ਤੋਂ ਪਤਲੀ ਹਾਲਤ ਹੈ ਤਾਂ ਉਹ ਭਾਜਪਾ ਦੀ ਹੈ। ਜਦੋਂ ਤੋਂ ਮੋਦੀ ਸਰਕਾਰ ਨੇ ਇਹ ਨਵੇਂ ਐਗਰੀ ਬਿੱਲ ਪਾਸ ਕਰਕੇ ਇਹਨੂੰ ਕਾਨੂੰਨ ਦੀ ਸ਼ਕਲ ਦਿੱਤੀ ਹੈ, ਤਾਂ ਤੋਂ ਲੈ ਕੇ ਬੀਜੇਪੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਨਾ ਇੱਕ ਤਰ੍ਹਾਂ ਆਈਸੋਲੇਟ ਹੋ ਗਿਆ। ਇਹਨਾਂ ਦਾ ਤਿੰਨ ਦਹਾਕਿਆਂ ਤੋਂ ਜਿਹੜਾ ਨਾਲ ਸਾਥੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਵੀ ਸਾਥ ਛੱਡ ਗਿਆ। ਔਰ ਉੱਦਾਂ ਵੀ ਦੇਖੋ, ਅਸ਼ਵਨੀ ਸ਼ਰਮਾ ਜਿਹੜਾ ਪੰਜਾਬ ਭਾਜਪਾ ਦੇ ਪ੍ਰਧਾਨ ਹੈ, ਉਹਨਾਂ ਦੇ ਕਾਫਲੇ ਦੇ ਉੱਤੇ ਹਮਲਾ ਹੋਇਆ। ਇਸ ਤੋਂ ਇਲਾਵਾ ਤਰੁਣ ਚੁੱਗ ਦੇ ਉੱਤੇ ਹਮਲਾ ਹੋਇਆ। ਉਹਦੇ ਆਮ ਤੌਰ 'ਤੇ ਜਿਹੜੇ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਾਕੀ ਬੀਜੇਪੀ ਵੀ ਲੀਡਰ ਜਿਹੜੇ ਆ ਉਹ ਵੀ ਲੁਕੇ ਫਿਰਦੇ ਆ। ਹਾਲਤ ਇਹ ਹੈ ਕਿ ਉਹ ਆਪਣੇ ਘਰੋਂ ਨਿਕਲਣ ਦਾ ਮੁਸ਼ਕਲ ਹੋਇਆ ਕਿਉਂਕਿ ਜੋ ਕਿਸਾਨਾਂ ਦਾ ਜਿਹੜਾ ਇੱਥੇ ਅੰਦੋਲਨ ਚੱਲ ਰਿਹਾ ਪੰਜਾਬ ਦੇ ਵਿੱਚ, ਉਹਦੇ ਵਿੱਚ ਇੰਨਾ ਜੋਸ਼ੋ ਖਰੋਸ਼ ਹੈ ਕਿ ਉਹ ਕੋਈ ਆਪੋਜੀਸ਼ਨ, ਕੋਈ ਆਰਗੂਮੈਂਟ, ਕੋਈ ਕਾਊਂਟਰ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਔਰ ਇਹਨਾਂ ਹਾਲਾਤ ਦੇ ਵਿੱਚ ਜੇਪੀ ਨੱਡਾ ਸਾਹਿਬ ਨੇ ਦਿੱਲੀ 'ਚ ਬਹਿ ਕੇ ਵੀਡੀਓ ਦੇ ਜ਼ਰੀਏ ਕਹਿ ਦਿੱਤਾ ਕਿ ਜਾਓ ਵੀ ਤੁਸੀਂ ਹੁਣ ਜਗ੍ਹਾ ਜਗ੍ਹਾ ਫੈਲ ਜਾਓ, ਲੋਕਾਂ ਨੂੰ ਸਮਝਾਓ। ਉਹ ਸੋਚਣੀ ਜਿਹੀ ਗੱਲ ਹੈ। ਉਹ ਕਿੱਥੇ ਜਾਣਗੇ? ਇਹਨਾਂ ਨੂੰ ਪਿੰਡ ਘਰੋਂ 'ਚੋਂ ਨਿਕਲਣਾ ਮੁਸ਼ਕਲ ਹੋਇਆ ਹੈ। ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾ ਦੀ ਤਾਂ ਗੱਲ ਬੜੀ ਦੂਰ ਹੈ। ਇਹ ਦੂਸਰੀ ਗੱਲ ਇਹ ਹੈ ਕਿ ਕੇਂਦਰ ਇਸ ਵੇਲੇ ਪੰਜਾਬ ਦੇ ਵਿੱਚ ਆਪਣੀ ਗੱਲ ਮਨਵਾਉਣ ਲਈ ਕਈ ਤਰ੍ਹਾਂ ਦੇ, ਮੈਂ ਸਮਝਦਾ ਹੈ ਕਿ ਬੜੇ ਹੀ ਇਹ ਗਲਤ ਕਿਸਮ ਦੇ ਹੱਥਕੰਡੇ ਇਸਤੇਮਾਲ ਕਰ ਰਿਹਾ। ਕਿਸਾਨਾਂ ਦੇ ਉਹ ਦੇਖੋ, ਪਹਿਲੇ ਉਹਨਾਂ ਨੇ ਪੰਜਾਬ ਦੇ ਵਿੱਚ ਰੇਲਾਂ ਦੀ ਆਵਾਜਾਈ ਬੰਦ ਕਰਤੀ। ਫਿਰ ਜਦ ਕਿਸਾਨਾਂ ਨੇ ਕਿਹਾ ਕਿ ਅੱਛਾ ਚਲੋ ਮਾਲ ਗੱਡੀਆਂ ਆ ਸਕਦੀਆਂ, ਉਹ ਮਾਲ ਗੱਡੀ ਇੱਕ ਦੋ ਦਿਨ ਚਲਾ ਕੇ ਫਿਰ ਇਹਨੇ ਉਹ ਵੀ ਬੰਦ ਕਰਤੀ ਕਿ ਜੀ ਸਾਨੂੰ ਤਾਂ ਜੀ ਅਸ਼ੋਰ ਕਰੋ ਕਿ ਜਿਹੜਾ ਇਹਨਾਂ ਦਾ ਹਮਲਾ ਹੈ ਰੇਲਾਂ ਦਾ, ਇਹਨੂੰ ਪੂਰੀ ਹਿਫਾਜ਼ਤ ਮਿਲੇਗੀ। ਉਹ ਹੁਣ ਮਿਲੀ ਹੈ। ਹੁਣ ਕੱਲ੍ਹ ਤੋਂ ਸ਼ਾਇਦ ਕੋਈ ਥੋੜ੍ਹਾ ਬਹੁਤਾ ਇਹਨਾਂ ਨੇ ਫਿਰ ਸ਼ੁਰੂ ਕੀਤਾ। ਹੁਣ ਇਸ ਤੋਂ ਵੀ ਵੱਡੀ ਜਿਹੜੀ ਗੱਲ ਇਹ ਕੀਤੀ ਹੈ ਕਿ ਇਹਨਾਂ ਨੇ ਪੰਜਾਬ ਨੂੰ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਮਿਲਦਾ ਸੀ ਉਹ ਐਤਕੀ ਬੰਦ ਕਰਤਾ। ਔਰ ਸੀਸੀਏ ਦੀ ਲਿਮਿਟ ਜਿਹੜੀ ਨਵੇਂ ਕ੍ਰੌਪ ਨੂੰ ਪ੍ਰੋਕਿਓਰ ਕਰਨ ਲਈ ਕੈਸ਼ ਕੈਰੀ ਇਕਵਿਵਲੈਂਟ ਹਰ ਸਾਲ ਦਿੰਦੇ ਆ, ਉਹਦੇ ਵਿੱਚ ਉਹ ਡਿਡਕਟ ਕਰ ਲਿਆ। ਔਰ ਹੁਣ ਜਿਹੜੇ ਪੰਜਾਬ ਵਾਲੇ ਕਹਿੰਦੇ ਜੀ ਇਹ ਸਾਨੂੰ ਦਿੱਤਾ ਜਾਏ ਕਿਉਂਕਿ ਇਹ ਤਾਂ ਸਾਰਾ ਫੰਡ ਅਸੀਂ ਪਿੰਡਾਂ ਦੀ ਡਿਵੈਲਪਮੈਂਟ ਲਈ, ਬਹਿਬੂਦੀ ਲਈ ਖਰਚ ਕਰਦੇ ਸੀ। ਉਹਦੇ ਜਵਾਬ ਦੇ ਵਿੱਚ ਇਹ ਕਹਿੰਦੇ ਸਾਨੂੰ ਇਹ ਦੱਸੋ ਕਿ ਇਹ ਫੰਡ ਆਉਂਦਾ ਹੈ ਅਤੇ ਜਾਂਦਾ ਕਿੱਥੇ ਹੈ, ਇਹਦਾ ਖਰਚਾ ਕੀ ਹੁੰਦਾ, ਇਹਦਾ ਪੂਰਾ ਹਿਸਾਬ ਕਿਤਾਬ ਕਿਉਂ। ਮੈਂ ਸਮਝਦਾ ਹਾਂ ਕਿ ਪੰਜਾਬ ਲਈ ਇਹ ਮੁੱਦਾ ਜਿਹੜਾ ਨਾ ਕਾਫੀ ਦੇਰ ਤੋਂ ਲਟਕ ਰਿਹਾ ਹੈ। ਈਵਨ ਬਾਦਲ ਸਰਕਾਰ ਦੇ ਦੌਰਾਨ ਉਸ ਵੇਲੇ ਅਰੁਣ ਜੇਤਲੀ ਸੀ ਇਹ ਕੇਂਦਰ ਦੇ ਫਾਈਨਾਂਸ ਮਿਨਿਸਟਰ, ਉਹਨਾਂ ਨੇ ਵੀ ਕਿਹਾ ਸੀ ਕਿ ਸਾਨੂੰ ਜਿਹੜਾ RDF ਤੁਸੀਂ ਇਕੱਠਾ ਕਰਦੇ ਹੋ ਇਹ ਕਿੱਥੇ ਖਰਚ ਹੁੰਦਾ ਹੈ, ਇਹਨੂੰ ਆਪਣੇ ਬਜਟ ਦੇ ਵਿੱਚ ਪਾਓ। ਔਰ ਤੁਸੀਂ ਇਹ ਦੇਖੋ, ਅੱਜ ਤੁਸੀਂ ਬਿਆਨ ਪੜ੍ਹੇ ਵੀ ਹੋਣਾ ਤਰੁਣ ਚੁੱਗ ਦਾ,
ਉਹ ਕਹਿੰਦੇ ਜੀ ਆਰਡੀਐਫ ਜਿਹੜਾ ਹੈ ਉਹ ਪੰਜਾਬ ਸਰਕਾਰ ਇਕੱਠਾ ਕਰਕੇ ਖੁਰਦਬੁਰਦ ਕਰ ਜਾਂਦੀ ਹੈ, ਆਪਣੇ ਐਸ਼ੋ ਆਰਾਮ ਤੇ ਖਰਚ ਕਰਦੀ ਹੈ, ਕਦੀਆਂ ਗੱਡੀਆਂ ਲੈ ਲੈਂਦੇ ਆ, ਕਦੀ ਹਵਾਈ ਜਹਾਜ਼ ਲੈ ਲੈਂਦੇ ਆ, ਕਦੀ ਹੋਰ ਕਰਦੇ ਆ। ਇਹਨੂੰ ਬਜਟ ਵਿੱਚ ਪਾਇਆ ਜਾਏ। ਔਰ ਇਹ ਮੈਂ ਸਮਝਦਾ ਕਿ ਸਾਰੇ ਜਿਹੜੇ ਹੈ ਪ੍ਰੈਸ਼ਰ ਟੈਕਟਿਕ ਹੈ, ਕਿਉਂਕਿ ਪੰਜਾਬ ਸਰਕਾਰ ਨੇ ਇਸ ਮੁੱਦੇ 'ਤੇ ਬੜਾ ਸਟਰੋਂਗ ਸਟੈਂਡ ਲਿਆ ਹੋਇਆ ਔਰ ਉਹ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਔਰ ਉਹਨੂੰ ਪੂਰੀ ਹਮਦਰਦੀ ਹੈ ਕਿ ਜਿਹੜੀ MSP ਹੈ ਉਹਨੂੰ ਮਿਲਣੀ ਚਾਹੀਦੀ ਹੈ, ਅਦਰਵਾਈਜ਼ ਪੰਜਾਬ ਦੀ ਕਿਸਾਨੀ ਬਰਬਾਦ ਹੋ ਜਾਏਗੀ ਔਰ ਪੰਜਾਬ ਦੀ ਅਰਥ ਵਿਵਸਥਾ ਵੀ ਖਰਾਬ ਹੋ ਜਾਏਗੀ। ਇਸ ਕਰਕੇ ਉਹ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਹੈ ਜ਼ੋਰ ਪਾ ਰਹੇ ਹੈ, ਡਾਇਰੈਕਟਲੀ ਔਰ ਇਨਡਾਇਰੈਕਟਲੀ, ਕਿ ਤੁਸੀਂ ਜਾਂ ਤਾਂ ਸਿੱਧੇ ਹੋਵੋ, ਨਹੀਂ ਤਾਂ ਇੱਥੇ ਦੇ ਹਾਲਾਤ ਜਿਹੜੇ ਹੈ ਅੱਗੇ ਤੋਂ ਅੱਗੇ ਹੋਰ ਖਰਾਬ ਹੋਣਗੇ। ਔਰ ਇਹਦੇ ਵਿੱਚ ਜੇ ਕਿਸਾਨਾਂ ਦੀ ਜਾਂ ਤੇ ਪੰਜਾਬ ਸਰਕਾਰ ਦੇ ਵਿੱਚ ਕੋਈ ਕਨਫਰੰਟੇਸ਼ਨ ਆਉਂਦੀ ਹੈ ਤਾਂ ਉਹਦੇ 'ਤੇ ਕੇਂਦਰ ਦੀ ਸਰਕਾਰ ਮੈਂ ਸਮਝਦਾ ਖੁਸ਼ੀ ਹੋਏਗੀ। ਹਾਲਾਂਕਿ ਉਹਨਾਂ ਨੂੰ ਇਸ ਗੱਲ ਤੋਂ ਬੜਾ ਮੈਂ ਸਮਝਦਾ ਕਿ ਅਲਰਟ ਰਹਿਣਾ ਚਾਹੀਦਾ ਹੈ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਇੱਥੇ ਕਿਸੇ ਵੀ ਤਰ੍ਹਾਂ ਦਾ ਡਿਸਟਰਬੈਂਸ ਜਿਹੜੀ ਹੈ ਉਹ ਆਪਾਂ ਇਹ ਟੋਲਰੇਟ ਨਹੀਂ ਕਰ ਸਕਦੇ, ਨਾ ਹੀ ਉਹ ਸਹਿ ਸਕਦੇ ਹਾਂ। ਇਸ ਕਰਕੇ ਇਹ ਬੜੇ ਇਨੀ ਸੈਂਸਿਟਿਵ ਪੋਜੀਸ਼ਨ ਨੂੰ ਬੜੇ ਇਹਨੂੰ ਸੰਭਲ ਕੇ ਇਹਨਾਂ ਨੂੰ ਡੀਲ ਕਰਨਾ ਚਾਹੀਦਾ ਹੈ। ਜੀ ਪ੍ਰਾਸ਼ਰ ਜੀ, ਮੈਂ ਅੱਗੇ ਜਾਣ ਤੋਂ ਪਹਿਲਾਂ ਇੱਕ ਹੋਰ ਸਵਾਲ ਲੈਣਾ ਚਾਹਾਂਗਾ। ਤੁਸੀਂ ਵੀ ਮੀਡੀਆ 'ਚ ਪੜ੍ਹਿਆ ਵੀ ਹੋਣਾ ਹੈ, ਕਿਸੇ ਨਾਲ ਸੰਪਰਕ ਵੀ ਹੋਏ ਹੋਣਾ ਹੈ। ਜੋ ਪੰਜਾਬ ਦੀਆਂ ਮਾਲ ਗੱਡੀਆਂ ਜਾਂ ਪੰਜਾਬ ਦਾ ਨਕਸ਼ ਦਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਨਾਲ ਇਕੱਲਾ ਪੰਜਾਬ ਦੀ ਕਿਸਾਨੀ ਨਹੀਂ, ਜੰਮੂ ਕਸ਼ਮੀਰ ਪ੍ਰਭਾਵਿਤ ਹੋ ਰਿਹਾ ਹੈ, ਹਿਮਾਚਲ ਦਾ ਕਾਫੀ ਏਰੀਆ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਦੇ ਜਿਹੜੇ ਕਾਰੋਬਾਰੀ ਹੈ ਪ੍ਰਾਸ਼ਰ ਜੀ, ਉਹ ਵੀ ਦਾਤਣੀ ਪਿੱਟ ਰਹੇ ਹੈ ਕਿ ਸਾਡੇ ਸਾਰਾ ਮਾਲ ਰੁਕਿਆ ਪਿਆ। ਹੁਣ ਇਹ ਬਿਲਕੁਲ ਸਹੀ ਹੈ, ਤੁਸੀਂ ਕਹਿ ਰਹੇ ਹੋ ਕਿ ਆਪਸ ਵਿੱਚ ਕਨਫਰੰਟੇਸ਼ਨ ਟਕਰਾਅ ਕਰਾਉਣ ਦੇ ਲਈ ਇਹ ਸਥਿਤੀ ਜਿਹੜੀ ਹੈਗੀ ਆ ਅਪਣਾਈ ਜਾ ਰਹੀ ਹੈ, ਪਰ ਪੰਜਾਬ ਦੇ ਨਾਲ ਨਾਲ ਬਹੁਤ ਵੱਡਾ ਨੁਕਸਾਨ ਇਸ ਨਾਰਥ ਰੀਜਨ ਦਾ ਕਰ ਰਹੀ ਹੈ ਕੇਂਦਰ ਸਰਕਾਰ। ਜਗਤਾਰ ਜੀ ਦੇਖੋ, ਗੱਲ ਇਹ ਹੈ ਕਿ ਪੰਜਾਬ ਦੀ ਅਰਥ ਵਿਵਸਥਾ ਇੱਕ ਤਾਂ ਪਹਿਲੇ ਪਤਲੀ ਹੈਗੀ ਹੈ, ਦੂਜੀ ਮਾਰ ਜਿਹੜੀ ਹੈ ਉਹਨਾਂ ਤੇ ਕੋਵਿਡ ਦੀ ਪਈ ਹੈ ਔਰ ਇਸ ਦੇ ਦੌਰਾਨ ਜਿਹੜੇ ਲਾਕਡਾਊਨ ਦੇ ਦੌਰਾਨ ਕਿੰਨਾ ਨੁਕਸਾਨ ਹੋਇਆ ਉਹਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਹੁਣ ਤੀਜੀ ਜਿਹੜੀ ਮਾਰ ਹੈ ਮੈਂ ਸਮਝਦਾ ਕਿ ਮੋਦੀ ਸਰਕਾਰ ਦੀ ਪੈ ਰਹੀ ਹੈ ਕਿ ਜਿਹੜੇ ਕਿ ਮਾਲ ਗੱਡੀਆਂ ਨੇ ਢੋਆ ਢੁਆਈ ਉਹ ਕਿਸੇ ਨਾ ਕਿਸੇ ਬਹਾਨੇ ਬੰਦ ਕਰਕੇ, ਇੱਕ ਪਾਸੇ ਦਾ ਪੰਜਾਬ ਦੇ ਵਿੱਚ ਕੋਲਾ ਨਹੀਂ ਆ ਰਿਹਾ, ਪਾਵਰ ਪਲਾਂਟ ਜਿਹੜੇ ਆ ਇੱਕ ਇੱਕ ਕਰਕੇ ਬੰਦ ਹੋ ਰਹੇ ਆ, ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਅਰਬਾਂ ਕਰੋੜਾਂ ਮਾਲ ਬਣ ਕੇ ਤਿਆਰ ਹੋਇਆ ਪਿਆ, ਉਹ ਬਾਹਰ ਜਾਣ ਤੋਂ ਆਵਾਜ਼ਾਰ ਹੋਏ ਪਏ ਕਿ ਅਸੀਂ ਭੇਜੀਏ ਕਿੱਦਾਂ। ਸੋ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਪੰਜਾਬ ਦਾ ਇਕਨੋਮਿਕ ਬਲੋਕੇਡ ਹੋ ਰਿਹਾ। ਇੱਕ ਪਾਸੇ ਪੰਜਾਬ ਸਰਕਾਰ ਦੀ RDF ਬੰਦ ਕਰਤੀ ਗਈ ਹੈ, ਉਹ ਦੂਜੇ ਪਾਸੇ ਪੰਜਾਬ ਦੇ ਵਿੱਚ ਚਾਰ ਜਿਹੜੇ ਟੈਕਸ ਆਣੇ ਸੀ GST ਦੇ ਜਾਂ ਹੋਰ ਇੱਥੇ ਜਿਹੜਾ ਇੰਡਸਟਰੀਅਲ ਮਾਲ ਹੈ ਉਹਨੂੰ ਬਾਹਰ ਜਾਣ ਤੇ ਜਿਹੜੀ ਹੈ ਉਹ ਮੁਸ਼ਕਲ ਆ ਰਹੀ ਹੈ। ਤੁਸੀਂ ਇਹ ਦੱਸੋ ਕਿ ਇਹਦੇ ਨਾਲ ਫਿਰ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਹੈ ਹੋਰ ਖਰਾਬ ਹੋਏਗੀ ਕਿ ਨਹੀਂ ਹੋਏਗੀ। ਔਰ ਮੈਂ ਸਮਝਦਾ ਕਿ ਜਲਦੀ ਤੋਂ ਜਲਦੀ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਜਿਹੜੇ ਤੌਖਲੇ ਹੈ MSP ਦੇ ਉੱਤੇ ਉਹਨਾਂ ਨੂੰ ਬੁਲਾ ਕੇ ਟੇਬਲ ਦੇ ਉੱਤੇ ਬੁਲਾ ਕੇ ਸਮਝਾਉਣਾ ਚਾਹੀਦਾ ਹੈ ਔਰ ਉਹਨਾਂ ਨੂੰ ਅਸ਼ੋਰੈਂਸ ਦੇਣੀ ਚਾਹੀਦੀ ਹੈ ਕਿ ਵੀ ਤੁਹਾਡੇ MSP ਨੂੰ ਅਸੀਂ ਬਿਲਕੁਲ ਕੋਈ ਜਿਹੜਾ ਡਿਸਟਰਬ ਨਹੀਂ ਕਰਾਂਗੇ ਔਰ ਇਹਦੇ ਲਈ ਅਗਰ ਕੋਈ ਨੋਟੀਫਿਕੇਸ਼ਨ ਜਾਰੀ ਕਰਨੀ ਪੈਂਦੀ ਹੈ ਤਾਂ ਉਹ ਵੀ ਕਰ ਦੇਣ। ਕੀ ਹਰਜ ਹੈ? ਬਿਲਕੁਲ ਠੀਕ ਹੈ, ਮੈਨੂੰ ਇਹ ਦੱਸਿਆ ਜਾਵੇ। ਯੈਸ ਪ੍ਰਾਸ਼ਰ ਜੀ, ਜੇ ਦੇਸ਼ ਦੇ ਹਿੱਤ ਵਿੱਚ ਜੰਮੂ ਕਸ਼ਮੀਰ ਦੀ ਧਾਰਾ 370 ਤੋੜੀ ਜਾ ਸਕਦੀ ਹੈ ਤਾਂ ਕਿਸਾਨਾਂ ਲਈ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਕੀਤੀ ਜਾ ਸਕਦੀ? ਮੈਂ ਇਸ ਮੁੱਦੇ ਤੇ ਵਾਪਸ ਆਵਾਂਗਾ ਤੁਹਾਡੇ ਵੱਲ। ਜਸਪਾਲ ਢਿੱਲੋਂ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਹੈ। ਜਸਪਾਲ ਜੀ, ਜਿੱਥੋਂ ਤੱਕ ਕੇਂਦਰ ਸਰਕਾਰ ਦਾ ਸਵਾਲ ਹੈ, ਪੰਜਾਬ ਸਰਕਾਰ ਦਾ ਸਵਾਲ ਹੈ, ਉਹਦੇ ਤੇ ਹਰਕਮਲ ਜੀ ਪ੍ਰਾਸ਼ਰ ਜੀ ਨੇ ਵੀ ਜਿੱਦਾਂ ਗੱਲ ਕੀਤੀ ਹੈ, ਭਾਜਪਾ ਦੇ ਨੇਤਾ ਜਦੋਂ ਗੱਲ ਕਰ ਰਹੇ ਹੈ ਪੰਜਾਬ 'ਚ ਜਾਣ ਦੀ ਕਿ ਲੋਕਾਂ ਨੂੰ ਸਮਝਾਉਣ ਦੀ, ਇੱਕ ਜਿਹੜੀ ਗੱਲ ਉਹ ਲਗਾਤਾਰ ਇਹ ਕਹਿ ਰਿਹਾ ਕਿ ਕਿਸਾਨੀ ਅੰਦੋਲਨ ਨੂੰ ਇੱਕ ਖਾਸ ਰੰਗਤ ਦੇ ਨਾਲ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਕਾਂਗਰਸ ਕਰਵਾ ਰਹੀ ਹੈ। ਪਿਛਲੇ ਦਿਨਾਂ 'ਚ ਆਪਾਂ ਸਾਰੇ ਜਾਣਦੇ ਹਾਂ, ਤੁਸੀਂ ਸੀਨੀਅਰ ਜਰਨਲਿਸਟ ਹੋ, ਤੁਹਾਨੂੰ ਸਾਰੀ ਰਿਪੋਰਟਿੰਗ ਆਉਂਦੀ ਹੈ, ਪਤਾ ਹੈਗਾ ਕਿ ਜਿਸ ਢੰਗ ਨਾਲ ਜਿਹੜਾ ਕਿ ਮੋਦੀ ਦੇ ਪੁਤਲੇ ਸਾੜੇ ਗਏ, ਉਹ ਵੀ ਸਾਰਾ ਜਿਹੜਾ ਹੈਗਾ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੇ ਕਰਵਾਇਆ। ਫਿਰ ਖਾਸ ਤੌਰ ਤੇ ਜਿਹੜਾ ਤਰਨ ਚੁੱਘ ਵਰਗੇ ਇੱਦਾਂ ਦੇ ਲੋਕ ਜਿਹੜੇ ਕਿ ਨੇਤਾ ਬੜੇ ਖਤਰਨਾਕ ਬਿਆਨ ਦੇ ਰਿਹਾ ਹੈ ਕਿ ਪੰਜਾਬ 'ਚ ਅਰਬਨ ਨਕਸਲਵਾਦ। ਜਸਪਾਲ ਜੀ, ਤੁਸੀਂ ਇਮਾਨਦਾਰੀ ਦੇ ਨਾਲ ਮੈਂ ਦਰਸ਼ਕਾਂ ਲਈ ਜਾਣਨਾ ਚਾਹਾਂਗਾ ਕਿ ਕੀ ਅਰਬਨ ਨਕਸਲਵਾਦ ਦੇ ਨਾਂ ਤੇ ਪੰਜਾਬ 'ਚ ਕੋਈ ਪਹਿਲਾਂ ਵਾਰਦਾਤ ਹੋਈ ਹੈ, ਕਿਧਰੇ ਕੋਈ ਬੋਰਡ ਲੱਗੇ ਹੈ, ਕਿਧਰੇ ਮੀਡੀਆ 'ਚ ਬਿਆਨ ਲੱਗਿਆ ਹੈ? ਇਹ ਤਰਨ ਚੁੱਘ ਹੋਣਾ ਨੂੰ ਅਰਬਨ ਨਕਸਲਵਾਦ ਪੰਜਾਬ 'ਚ ਕਿੱਥੋਂ ਚੇਤੇ ਆ ਗਿਆ ਤੇ ਸਾਰਾ ਕੁਝ ਕਾਂਗਰਸ ਦੇ ਸਿਰ ਮੜਿਆ ਜਾ ਰਿਹਾ, ਜਿਹੜੀ ਕਿਸਾਨੀ ਨੂੰ ਪਾਸੇ ਕਰਕੇ ਇੱਕ ਹੋਰ ਰੰਗਤ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਦਾਂ ਪ੍ਰਾਸ਼ਰ ਜੀ ਨੇ ਕਿਹਾ, ਏਦਾਂ ਸੰਕਟ ਜਿਹੜਾ ਹੈਗਾ ਘਟੇਗਾ ਜਾਂ ਸੰਕਟ ਵਧੇਗਾ? ਜੀ ਜਸਪਾਲ ਜੀ। ਜਗਤਾਰ ਜੀ, ਤੁਸੀਂ ਬੜੇ ਧਿਆਨ ਦੇ ਨਾਲ
ਦੇਖੋ ਕਿ ਭਾਰਤੀ ਜਨਤਾ ਪਾਰਟੀ ਵਾਲੇ ਕਰ ਕੀ ਰਹੇ ਨੇ। ਇਹਨਾਂ ਨੇ ਪਹਿਲਾਂ ਦਲਿਤ ਪੱਤਾ ਖੇਡਣ ਦਾ ਯਤਨ ਕੀਤਾ, ਦਲਿਤਾਂ ਰਾਹੀਂ ਇਹਨਾਂ ਨੇ ਇਸ ਸੰਘਰਸ਼ ਨੂੰ ਫੇਲ ਕਰਨ ਦਾ ਯਤਨ ਕੀਤਾ, ਪਰ ਪੰਜਾਬ ਸਰਕਾਰ ਨੇ ਆਪਣੀ ਸਿਆਣਪ ਦੇ ਨਾਲ ਜਾਂ ਸੁਰੱਖਿਆ ਏਜੰਸੀਆਂ ਨੇ ਉਹ ਅੱਗੇ ਵਧਣ ਨਹੀਂ ਦਿੱਤਾ ਹੈਗਾ। ਇਸੇ ਤਰ੍ਹਾਂ ਜਿਹੜੀ ਗੱਲ ਪ੍ਰਾਸ਼ਰ ਜੀ ਨੇ ਕਹੀ ਹੈ ਨਾ ਕਿ ਇਸ ਵੇਲੇ ਸਾਰੇ ਪਾਸਿਓਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਕਿਸਾਨ ਅੰਦੋਲਨ, ਤੁਸੀਂ ਵੀ ਦੇਖਿਆ ਮੈਂ ਵੀ ਦੇਖਿਆ, ਬਹੁਤ ਵੱਡੀ ਪੱਧਰ ਦੇ ਉੱਤੇ ਕਾਮਯਾਬੀ ਵੱਲ ਨੂੰ ਗਿਆ। ਤੁਹਾਨੂੰ ਯਾਦ ਹੋਣਾ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ ਕਿ ਕਿਸੇ ਨੇ ਕਿਸੇ ਰੂਪ ਦੇ ਵਿੱਚ ਕਿਸਾਨ ਅੰਦੋਲਨ ਨੂੰ ਪਾੜਨ ਦਾ ਯਤਨ ਇਹਨਾਂ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਹੈ। ਤੁਸੀਂ ਦੇਖੋ ਕਿ ਇੱਕ ਜਥੇਬੰਦੀ ਦੂਜਿਆਂ ਦੇ ਮੁਕਾਬਲੇ ਥੋੜਾ ਜਿਹਾ ਵੱਖਰਾ ਸੁਰ ਆਪ ਦੀ ਜਦੋਂ ਨਜ਼ਰ ਆਈ ਨਾ, ਤਾਂ ਉਦੋਂ ਇਹ ਲੱਗਿਆ ਕਿ ਇਹਨਾਂ ਨੇ ਕਿਸਾਨਾਂ ਨੂੰ ਪਾੜਨ ਦਾ ਜਿਹੜਾ ਕੰਮ ਸੀ ਉਹਦੇ ਵਿੱਚ ਸਫਲ ਹੋ ਗਏ ਨੇ। ਪਰ ਬਾਅਦ ਦੇ ਵਿੱਚ ਫੇਰ ਇਹਨਾਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਜਦੋਂ ਮੀਟਿੰਗ ਕੀਤੀ ਹੈ, ਉਸ ਤੋਂ ਬਾਅਦ ਉਸ ਪਾਸੇ ਵੱਲ ਨਹੀਂ ਗਏ। ਜਿਹੜਾ ਇਹਨਾਂ ਨੇ ਦਲਿਤ ਪੱਤਾ ਜਲੰਧਰ ਤੋਂ ਸ਼ੁਰੂ ਕਰਕੇ ਚੰਡੀਗੜ੍ਹ ਵਾਲੇ ਪਾਸੇ ਨੂੰ ਖੇਡਿਆ ਸੀ ਕਿ ਦਲਿਤਾਂ ਤੇ ਕਿਸਾਨਾਂ ਦੀ ਲੜਾਈ ਕਰਾ ਦਿੱਤੀ ਜਾਵੇ, ਇਹ ਪਹਿਲਾਂ ਵੀ ਬਹੁਤ ਵਾਰੀ ਹੋਇਆ ਸੀ ਪਿੰਡਾਂ ਦੇ ਵਿੱਚ। ਤੁਹਾਨੂੰ ਯਾਦ ਹੋਣਾ ਹੈ ਕਿ ਕਈ ਵਾਰੀ ਦਿਹਾੜੀ ਦੇ ਮਾਮਲੇ ਦੇ ਵਿੱਚ ਜਾਂ ਹੋਰਾਂ ਮਾਮਲਿਆਂ ਦੇ ਵਿੱਚ ਕਿਸਾਨਾਂ ਦਾ ਤੇ ਦੋ ਫਿਰਕਿਆਂ ਦਾ ਜਿਹੜਾ ਇਹਨਾਂ ਨੇ ਟਕਰਾਅ ਕਰਾਉਣ ਦਾ ਯਤਨ ਕੀਤਾ। ਇਹ ਜਿਹੜੇ ਤਰਨ ਚੁੱਗ ਵਰਗੇ ਨੇ, ਇਹ ਮਤਲਬ ਕਹਿਣ ਨੂੰ ਲੀਡਰ ਕਹਾਉਂਦੇ ਨੇ, ਐਮਸੀ ਦੀ ਚੋਣ ਦਾ ਇਹ ਜਿੱਤ ਨਹੀਂ ਸਕਦੇ, ਆਪਣੇ ਆਪ ਨੂੰ ਇਹ ਕੌਮੀ ਲੀਡਰ ਕਹਾਉਣ ਦਾ ਯਤਨ ਕਰਦੇ ਨੇ। ਤੇ ਮਤਲਬ ਸੋਚਣਾ ਇਹ ਚਾਹੀਦਾ ਜੇ ਅੱਜ ਕਿਸਾਨ ਸੜਕਾਂ ਤੇ ਉਤਰ ਕੇ ਲਗਾਤਾਰ, ਤੁਸੀਂ ਹੋਰ ਦੇਖਿਓ ਵੀ ਮੈਂ ਕਈ ਥਾਵਾਂ ਤੇ ਖੁਦ ਜਾ ਕੇ ਦੇਖ ਕੇ ਆਇਆ ਕਿ ਬੀਬੀਆਂ ਵੀ ਡਟੀਆਂ ਹੋਈਆਂ ਨੇ ਨਾਲ ਕਿਸਾਨਾਂ ਦੇ ਉੱਤੇ। ਕਿਸਾਨਾਂ ਨੂੰ ਜਿਹੜਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਇਹ ਨਰਿੰਦਰ ਮੋਦੀ ਸਾਹਿਬ ਕਰਦੇ ਪਤਾ ਨਹੀਂ ਕੀ ਨੇ। ਜੇ ਇਹਨਾਂ ਨੇ 16 ਦੇ ਵਿੱਚ ਨੋਟਬੰਦੀ ਕੀਤੀ ਤਾਂ 8 ਨਵੰਬਰ ਨੂੰ ਰਾਤ ਨੂੰ ਅਨਾਉਂਸਮੈਂਟ ਕਰਤੀ ਕਿ ਕੱਲ ਤੋਂ 1000 ਤੇ 500 ਦੇ ਨੋਟ ਜਿਹੜੇ ਆ ਉਹ ਮਤਲਬ ਲਾਗੂ ਨਹੀਂ ਰਹਿਣਗੇ, ਇਹ ਖਤਮ ਹੋ ਗਏ ਨੇ, ਨਵੀਂ ਕਰੰਸੀ ਆਊਗੀ। ਲੋਕਾਂ ਨਾਲ ਕੀ ਕੁਝ ਵਾਪਰਿਆ। GST ਲਾਗੂ ਕੀਤਾ, ਅੱਜ ਤੱਕ ਜਵਾਬ ਨਹੀਂ ਦੇ ਸਕੇ। ਤੁਸੀਂ ਮੈਨੂੰ ਐਂ ਦੱਸੋ ਵੀ ਕਿਤੇ ਨਰਿੰਦਰ ਮੋਦੀ ਦਾ ਇਸ ਗੱਲ ਤੇ ਜਵਾਬ ਆਇਆ ਕਿ 107 ਮੁਲਕਾਂ ਦੇ ਵਿੱਚ ਭੁੱਖਮਰੀ ਦੇ ਵਿੱਚ ਅਸੀਂ 94ਵੇਂ ਸਥਾਨ ਤੇ ਪਹੁੰਚ ਗਏ ਹਾਂ। ਸਾਡੇ ਨਾਲੋਂ ਜਿਨ੍ਹਾਂ ਮੁਲਕਾਂ ਦੀ ਅਸੀਂ ਗੱਲ ਕਰਦੇ ਹਾਂ, ਛੋਟੇ ਛੋਟੇ ਮੁਲਕ ਨੇ, ਭਾਵੇਂ ਪਾਕਿਸਤਾਨ ਹੈ, ਨੇਪਾਲ ਹੈ, ਸ਼੍ਰੀਲੰਕਾ, ਬੰਗਲਾਦੇਸ਼ ਹੈ, ਉਹ ਵੀ ਭੁੱਖਮਰੀ ਦੇ ਵਿੱਚੋਂ ਭਾਰਤ ਤੋਂ ਉੱਚਾ ਦਰਜਾ ਰੱਖਦੇ ਨੇ। ਇਹ ਮਨ ਕੀ ਬਾਤ ਦੇ ਵਿੱਚ ਇਸ ਸਥਾਨ ਤੇ ਕਿਉਂ ਪਹੁੰਚੇ? GDP ਲਗਾਤਾਰ ਨੈਗੇਟਿਵ ਹੁੰਦੀ ਜਾ ਰਹੀ ਹੈ, ਉਧਰਲੇ ਪਾਸੇ ਅਸੀਂ ਕਿਉਂ ਪਹੁੰਚੇ? ਕਦੇ ਨਰਿੰਦਰ ਮੋਦੀ ਨੇ ਇਸ ਗੱਲ ਨੂੰ ਸਮਝਾਇਆ? ਜੇ ਇਹ ਸਾਰਾ ਕੁਝ ਲਾਗੂ ਕਰਨਾ ਸੀ, GST ਦੇ ਵਿੱਚ ਹੁਣ ਤੋਂ ਬਾਅਦ 250 ਅਮੈਂਡਮੈਂਟਾਂ ਕੀਤੀਆਂ ਜਾ ਚੁੱਕੀਆਂ ਨੇ, ਇਹਦਾ ਮਤਲਬ ਜੋ ਤੁਸੀਂ ਲਾਗੂ ਕੀਤਾ ਉਹ ਸੁੱਤਿਆਂ ਪਿਆ ਕਰਤਾ। ਹੁਣ ਜੇ ਕਿਸਾਨੀ ਆਰਡੀਨੈਂਸ ਜਦੋਂ ਪਹਿਲਾਂ ਬਣੇ, ਬਾਅਦ ਦੇ ਵਿੱਚ ਇਹੀ ਕਿਸਾਨੀ ਆਰਡੀਨੈਂਸ ਜਿਹੜੇ ਨੇ ਬਿੱਲ ਦਾ ਰੂਪ ਧਾਰਨ ਕੀਤਾ, ਤਾਂ ਮੋਦੀ ਸਾਹਿਬ ਲੋਕਾਂ ਨੂੰ ਸਪਸ਼ਟ ਕਰਨ ਵੀ ਕਿੰਨੇ ਕਿਸਾਨਾਂ ਦੇ ਨਾਲ ਇਹਨੂੰ ਲਾਗੂ ਕਰਨ ਤੋਂ ਪਹਿਲਾਂ ਗੱਲਬਾਤ ਕੀਤੀ ਸੀ, ਕਿੰਨੇ ਆਰਥਿਕ ਮਾਹਰਾਂ ਦੇ ਨਾਲ ਗੱਲਬਾਤ ਕੀਤੀ ਸੀ। ਆਪ ਸੁੱਤਿਆਂ ਪਿਆ ਤੁਸੀਂ ਸਾਰਾ ਕੁਝ ਨਹੀਂ ਕਰ ਸਕਦੇ, ਉਲਟਾ ਕਿਸਾਨ ਨੂੰ ਚੜਾ ਰਹੇ ਹੋ ਜਦੋਂ ਬਾਰ-ਬਾਰ ਇਹ ਕਹਿੰਦੇ ਹੋ ਕਿ ਇਹ ਬਿੱਲ ਕभी जब तक ਮੋਦੀ ਹੈ ਲਾਗੂ ਰਹੇਗਾ, ਪਿੱਛੇ ਹਟਣ ਦਾ ਸਵਾਲ ਪੈਦਾ ਨਹੀਂ ਹੁੰਦਾ। ਫਿਰ ਤੁਸੀਂ ਕਿਸਾਨਾਂ ਨੂੰ ਦਿੱਲੀ ਬੁਲਾਇਆ ਕਾਹਦੇ ਵਾਸਤੇ ਜਦੋਂ ਪਿੱਛੇ ਹੀ ਨਹੀਂ ਹਟਣਾ ਹੈਗਾ? ਚੰਗਾ ਤਾਂ ਇਹ ਸੀ ਜੋ ਪ੍ਰੈਸ਼ਰ ਤੇ ਗੱਲ ਕੀਤੀ ਆ, ਆਪਾਂ ਵੀ ਪਿਛਲੇ ਪ੍ਰੋਗਰਾਮ 'ਚ ਕੀਤੀ ਸੀ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਐਮਸੀ ਵਾਲਾ ਕਨਸੈਪਟ ਹੈ, ਉਹਦਾ ਚੌਥਾ ਆਰਡੀਨੈਂਸ ਲਿਆ ਕੇ ਬਿੱਲ ਰੂਪ ਤਿਆਰ ਕਰਕੇ ਨਵਾਂ ਨੋਟੀਫਿਕੇਸ਼ਨ ਕਰਾ ਦਿੱਤਾ ਜਾਵੇ ਕਿ ਇਸ ਤੋਂ ਘੱਟ ਮੁੱਲ ਤੇ ਜੇ ਕੋਈ ਫਸਲ ਖਰੀਦਦਾ, ਜਿਵੇਂ ਪੰਜਾਬ ਸਰਕਾਰ ਨੇ ਪਾਸ ਕੀਤਾ ਕਿ ਉਹਦੇ ਤੇ ਕੇਸ ਦਰਜ ਹੋਵੇਗਾ, ਉਹਨੂੰ ਜੁਰਮਾਨਾ ਵੀ ਹੋਵੇਗਾ। ਦੇਖੋ ਇਸ ਵੇਲੇ MSP ਤਾਂ ਮੱਕੀ ਦੀ ਵੀ ਹੈ 1850 ਐਲਾਨੀ ਵੀ ਹੈ ਤੇ ਵੇਖੋ 650 ਤੋਂ 850 ਰੁਪਇਆ ਰਹੀ ਹੈ। ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈਗੀ ਹੈ ਕਿ ਜੋ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਪਾਸ ਕਰਦੀ ਹੈ, ਉਦੋਂ ਘੱਟ ਕੋਈ ਖਰੀਦ ਨਾ ਸਕੇ, ਉਦੋਂ ਵੱਧ ਜਿੰਨੇ ਮਰਜ਼ੀ ਖਰੀਦ ਲੈਣ। ਜੇ ਕੋਈ ਬੰਦਾ MSP ਤੋਂ ਵੱਧ ਕੇ ਖਰੀਦੇਗਾ, ਕਿਸਾਨ ਦਾ ਸਿਰ ਨਹੀਂ ਬਿਰਿਆ, ਉਹ ਮੰਡੀਆਂ 'ਚ ਲੈ ਕੇ ਜਾਵੇਗਾ, ਉਹ ਜੇ ਉਹਨੂੰ 100 ਰੁਪਇਆ ਵੀ ਵੱਧ ਮਿਲਿਆ ਤਾਂ ਉਸ ਰੂਪ ਦੇ ਵਿੱਚ ਉਹ ਦੇ ਦੇਵੇਗਾ, ਉਸ ਪਾਸੇ ਵੱਲ ਨਹੀਂ ਚਲੇ। ਇਹ ਜਿਹੜੀ ਖੇਡ ਖੇਡ ਰਹੇ ਨੇ ਦੋ ਫਿਰਕਿਆਂ ਨੂੰ ਲੜਾਉਣ ਦੀ, ਉਹ ਖੇਡ ਦੇ ਵਿੱਚ ਪੰਜਾਬ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਝੱਲਿਆ ਹੈਗਾ 1978 ਤੋਂ ਲੈ ਕੇ ਹੁਣ ਤੱਕ, ਤੇ ਕਿਤੇ ਦੁਬਾਰਾ ਪੰਜਾਬ ਨੂੰ ਉਸ ਪਾਸੇ ਵੱਲ ਨਾ ਧੱਕਿਆ ਜਾਵੇ। ਇਹ ਤਾਂ ਕੀਤਾ ਨਹੀਂ ਜਾ ਰਿਹਾ ਕਿ ਕਿੰਨੇ ਲੋਕ ਬੇਰੁਜ਼ਗਾਰ ਹੋ ਕੇ ਵਿਦੇਸ਼ਾਂ ਵੱਲ ਭੱਜੇ ਜਾ ਰਹੇ ਨੇ। ਉਹ ਸ਼ਹੀਦ ਜਿਨ੍ਹਾਂ ਨੇ ਇਹ ਦੇਸ਼ ਆਜ਼ਾਦ ਕਰਾਇਆ, ਅੱਜ ਉਹਨਾਂ ਦੀਆਂ
ਜਿਹੜੀਆਂ ਰੂਹਾਂ ਉਹ ਕੰਬਦੀਆਂ ਹੋਣਗੀਆਂ ਵੀ ਆਹ ਮੁਲਕ ਆਜ਼ਾਦ ਕਰਾਇਆ ਸੀ, ਅਸੀਂ ਇਹਦੇ ਵਾਸਤੇ ਆਜ਼ਾਦੀ ਲੈ ਕੇ ਦਿੱਤੀ ਸੀ। ਕਿਸੇ ਵੇਲੇ ਅਸੀਂ ਕਿਹਾ ਕਿ ਅਸੀਂ ਅੰਗਰੇਜ਼ ਇੱਥੋਂ ਬਚਾਉਣਾ ਹੈ, ਹੁਣ ਅਸੀਂ ਖੁੱਲੇ ਮਨ ਨਾਲ ਅੰਗਰੇਜ਼ਾਂ ਕੋਲੇ ਜਾ ਰਹੇ ਹਾਂ ਕਿ ਸਾਨੂੰ ਸਾਂਭੋ। ਸੋ ਮੋਦੀ ਸਾਹਿਬ ਨੂੰ ਇਹਨਾਂ ਕਿਸਾਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਲਗਾਤਾਰ। ਇਹਦਾ ਸ਼ੁਕਰ ਕਰੋ ਕਿ ਇਸ ਵੇਲੇ ਬਿਜਲੀ ਦੀ ਜਿਹੜੀ ਮੰਗ ਹੈ ਉਹ 5500 ਮੈਗਾਵਾਟ ਹੈ। ਜੇ ਕਿਤੇ ਮਈ ਜੂਨ ਦਾ ਮਹੀਨਾ ਆਉਂਦਾ ਜਦੋਂ 13,500 ਮੈਗਾਵਾਟ ਬਿਜਲੀ ਸੀ, ਇਹ ਹੋਣਾ ਸੀ ਵੀ ਆ 5 ਜ਼ਿਲ੍ਹਿਆਂ ਦੇ ਵਿੱਚ ਬਿਜਲੀ ਇਸ ਦਿਨ ਆਊਗੀ, ਇਹਨਾਂ 5 ਜ਼ਿਲ੍ਹਿਆਂ 'ਚ ਫੇਰ ਆਊਗੀ, ਦੂਜਾ 'ਚ ਫੇਰ ਆਊਗੀ। ਜਿਹੜੇ ਸਰਕਾਰੀ ਤਾਪ ਬਿਜਲੀ ਘਰ ਨੇ ਉਹਨਾਂ ਕੋਲੇ 4-4 ਦਿਨ ਦਾ ਕੋਲਾ ਹੈ। ਤਿੰਨੇ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਉਹਨਾਂ ਦਾ ਕੋਲਾ ਖਤਮ ਹੋ ਚੁੱਕਿਆ ਹੈ ਇਸ ਵੇਲੇ। ਜੇ ਕੇਂਦਰੀ ਪੂਲ ਦੇ ਵਿੱਚੋਂ ਬਿਜਲੀ ਖਰੀਦਣੀ ਹੈ, ਕੱਲ ਹੀ ਜਿਹੜਾ ਇਹਨਾਂ ਦਾ CMD ਹੈ ਵੀਰੂ ਪ੍ਰਸ਼ਾਦ, ਉਹਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 200 ਕਰੋੜ ਸਾਨੂੰ ਦਿਓ ਤਾਂ ਅਸੀਂ ਬਿਜਲੀ ਖਰੀਦ ਸਕਦੇ ਹਾਂ। ਭਾਵੇਂ ਕੇਂਦਰੀ ਪੂਲ ਚੋਂ ਇਸ ਵੇਲੇ ਬਿਜਲੀ ਸਸਤੀ ਮਿਲ ਰਹੀ ਹੈ, ਪਰ ਪੰਜਾਬ ਸਰਕਾਰ ਦਾ ਕੰਮ ਤਾਂ ਇਹ ਹੈਗਾ ਕਿ ਘਰ ਦਾਣੇ ਨਹੀਂ ਮਾਂ ਪੀਣ ਚੱਲੀ ਹੈ। ਤਾਂ ਆਪਾਂ ਕਰਾਂਗੇ ਕੀ ਉਸ ਮਾਮਲੇ ਦੇ ਵਿੱਚ? ਸੋ ਬਿਲਕੁਲ ਠੀਕ ਰਹੇਗਾ। ਨੂੰ ਇਸ ਮਾਮਲੇ 'ਚ ਸੋਚਣਾ ਚਾਹੀਦਾ। ਜੇ ਪੰਜਾਬ ਦੇ ਹਾਲਾਤ ਉਸ ਪਾਸੇ ਵੱਲ ਨੂੰ ਤੁਰ ਪਏ ਫਿਰ ਸਾਹਮਣੇ ਬਹੁਤ ਮੁਸ਼ਕਲ ਹੋ ਜਾਂਦੀ। ਜੀ ਢਿੱਲੋਂ ਜੀ, ਮਿਹਰਬਾਨੀ। ਹੁਣ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਇਹਨਾਂ ਮੁੱਦਿਆਂ ਤੇ ਆਪਾਂ ਆਵਾਂਗੇ ਵਾਪਸ ਕਿ ਪੰਜਾਬ ਦੀਆਂ ਜਿਹੜੀਆਂ ਮੌਜੂਦਾ ਪਰਿਸਥਿਤੀਆਂ ਬਣੀਆਂ, ਕੇਂਦਰ ਦੀ ਮੋਦੀ ਸਰਕਾਰ ਕਿਸ ਕਦਰ ਜ਼ਿੰਮੇਵਾਰ ਹੈ ਤੇ ਕਿੱਦਾਂ ਪੰਜਾਬ ਦੇ ਸਿਰ ਦੋਸ਼ੇ ਜਿਹੜੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਦੋਸ਼ ਜਿਹੜੇ ਹੈਗੇ ਆ ਥੋਪੇ ਜਾ ਰਹੇ ਹੈ, ਇੰਨੇ ਮੁੱਦਿਆਂ ਤੇ ਆਪਾਂ ਕਰਾਂਗੇ ਚਰਚਾ ਆਪਣੇ ਸੀਨੀਅਰ ਜਰਨਲਿਸਟਾਂ ਦੇ ਨਾਲ। ਹੁਣ ਲੈਣਾ ਇੱਕ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਇੰਨੇ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਹਰਕਮਲ ਜੀ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ, ਜਿੱਦਾਂ ਪ੍ਰਾਸ਼ੇ ਜੀ ਨੇ ਕਿਹਾ ਕਿ ਕੇਂਦਰ ਵੱਲੋਂ ਚਾਹੇ ਕਿਸਾਨੀ ਦੀ ਗੱਲ ਕਰ ਲਈਏ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ, ਜਿਸ ਤਰੀਕੇ ਨਾਲ ਬਾਂਹ ਮਰੋੜੀ ਜਾ ਰਹੀ ਹੈ। ਜੇ ਆਪਾਂ ਗੱਲ ਕਰਦੇ ਹਾਂ ਮਾਲ ਗੱਡੀਆਂ ਦੇ ਬੰਦ ਕਰਨ ਦੀ ਗੱਲ ਕਰ ਲਈਏ, RDF ਜਿਹੜਾ ਹੈਗਾ 1000 ਕਰੋੜ ਦੀ ਗੱਲ ਕੀਤੀ ਜਾ ਰਹੀ ਹੈ, ਕੁਝ ਫਿਗਰੇ ਵੀ ਹੈ ਕਿ 1700 ਕਰੋੜ ਰੁਪਇਆ ਹੈ ਜਿਹੜਾ ਕੇਂਦਰ ਵੱਲੋਂ ਰੋਕਿਆ ਗਿਆ। ਹੁਣ ਜਿਹੜੀ ਤਾਜ਼ਾ ਜਿਹੜੀ ਅੱਜ ਦੀ ਆਈ ਹੈ, ਕੋਈ ਵੀ ਨਹੀਂ ਚਾਹੁੰਦਾ ਕਿ ਪ੍ਰਦੂਸ਼ਣ ਫੈਲੇ, ਪਰਾਲੀ ਨੂੰ ਅੱਗ ਲਾਈ ਜਾਏ, ਪਰ ਉਸਦਾ ਕੋਈ ਹੱਲ ਵੀ ਲੱਭਿਆ ਜਾਣਾ ਚਾਹੀਦਾ ਹੈ। ਅੱਜ ਜਿਹੜਾ ਕੇਂਦਰ ਨੇ ਪ੍ਰਪੋਜ਼ਲ ਦਿੱਤੀ ਹੈ ਅਦਾਲਤ ਦੇ ਅੰਦਰ, ਉਹਦੇ 'ਚ ਇਹ ਹੈ ਕਿ ਵੀ ਪਰਾਲੀ ਨੂੰ ਜਿਹੜਾ ਅੱਗ ਲਗਾਏਗਾ ਉਹਦੇ 'ਚ ਇੰਡਸਟਰੀ ਵਾਲੇ ਵੀ ਸ਼ਾਮਲ ਹੈ ਕਿ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ। ਇਹ ਸਾਰਾ ਕੁਝ ਉਦੋਂ ਹੀ ਡਿੱਗ ਰਿਹਾ ਜਦੋਂ ਕਿਸਾਨੀ ਅੰਦੋਲਨ ਆ ਰਿਹਾ ਹੈ। ਦੂਜੇ ਪਾਸੇ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ ਤੇ ਕਦੇ ਉਹਦੀ ਤੁਲਨਾ ਨਕਸਲਵਾਦ ਦੇ ਨਾਲ, ਜਿੱਦਾਂ ਪਹਿਲਾਂ ਢਿੱਲੋਂ ਜੀ ਕਹਿ ਰਹੇ ਸੀ, ਕਦੇ ਪੁਤਲੇ ਸਾੜੇ ਜਾ ਰਹੇ ਤੇ ਕਿਹਾ ਜਾ ਰਿਹਾ ਕਾਂਗਰਸ ਕਰਵਾ ਰਹੀ ਹੈ, ਕਿਸਾਨੀ ਦਾ ਕਿਤੇ ਹੈ ਹੀ ਨਹੀਂ। ਇਹ ਸਾਰੇ ਮੁੱਦਿਆਂ ਤੇ ਜੋ ਪੰਜਾਬ ਦੇ ਅੰਦਰ ਜਿਸ ਤਰੀਕੇ ਨਾਲ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਕੀ ਲੱਗਦਾ ਕਿ ਕੇਂਦਰ ਏਦਾਂ ਬਾਂਹ ਮਰੋੜ ਕੇ ਇਹਨਾਂ ਮੁੱਦਿਆਂ ਤੇ ਕਿਸਾਨੀ ਨੂੰ ਮਨਵਾ ਸਕੇਗਾ? ਹਰਕਮਲ ਜੀ। ਜਗਤਾਰ ਜੀ, ਬੇਸਿਕ ਗੱਲ ਇਹ ਹੈਗੀ ਹੈ ਕਿ ਜਿਹੜਾ ਦੇਸ਼ ਦਾ ਸੰਘੀ ਢਾਂਚਾ ਹੈਗਾ ਉਹ ਇਸ ਵੇਲੇ ਬਹੁਤ ਵੱਡੇ ਖਤਰੇ 'ਚ ਆ ਗਿਆ ਹੈ। ਔਰ ਸੂਬਿਆਂ ਦੀਆਂ ਜਿਹੜੀਆਂ ਤਾਕਤਾਂ ਨੇ, ਜਿਵੇਂ ਉਹਦੇ 'ਚ ਕੇਂਦਰ ਨੇ ਇੰਟਰਫੀਅਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਂ ਉਹ ਤਾਕਤਾਂ ਸੂਬਿਆਂ ਤੋਂ ਖੋਹਣੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਲੱਗਦਾ ਹੈ ਕਿ ਦੇਸ਼ ਸਾਡਾ ਜਿਹੜਾ ਹੈ ਉਹ ਇੱਕ ਬੜੀ ਖਤਰਨਾਕ ਸਥਿਤੀ ਵੱਲ ਜਾ ਰਿਹਾ ਹੈ। ਹੁਣ ਜਿਵੇਂ ਤੁਸੀਂ ਦੱਸ ਰਹੇ ਹੋ, ਅੱਜ ਜਿਹੜਾ ਸੁਪਰੀਮ ਕੋਰਟ 'ਚ ਦੇ ਰਹੇ ਨੇ ਜਾ ਕੇ ਇੱਕ ਨਵਾਂ ਬਿੱਲ ਬਣਾ ਕੇ ਦੇ ਰਹੇ ਨੇ, ਜਿਹੜਾ ਲਾਅ ਐਂਡ ਆਰਡਰ ਸਬਜੈਕਟ ਹੈਗਾ ਉਹ ਸੂਬਿਆਂ ਦਾ। ਜੇ ਕੋਈ ਕਾਨੂੰਨ ਬਣਾਉਣਗੇ ਉਹਨੂੰ ਇੰਪਲੀਮੈਂਟ ਸੂਬਿਆਂ ਨੇ ਕਰਨਾ ਹੈ। ਜੇ ਕੋਈ ਕਿਸਾਨ ਅੱਗ ਲਾਉਂਦਾ ਹੈ ਉਹਦੇ ਤੇ ਲੋਕਲ ਪੁਲਿਸ ਨੇ ਕਾਰਵਾਈ ਕਰਨੀ ਹੈ। ਇਹ ਉਹਦੇ ਤੇ ਕਾਨੂੰਨ ਬਣਾ ਰਹੇ ਨੇ ਜਿਹਨੂੰ ਕਿ ਲੋਕਲ ਸਰਕਾਰ ਨੇ ਲਾਗੂ ਕਰਨਾ ਹੈ। ਜੇ ਉਹ ਨਾ ਕਰਨ, ਕੇਂਦਰ ਤੇ ਸੂਬੇ ਦੇ ਵਿੱਚ ਕਨਫਰੰਟੇਸ਼ਨ ਹੋਏਗੀ। ਔਰ ਜਿਹੋ ਜਿਹੀ ਇਹ ਸਰਕਾਰ ਹੈਗੀ ਹੈ, ਜਿਹੋ ਜਿਹਾ ਮੋਦੀ ਦਾ ਐਟੀਟਿਊਡ ਹੈਗਾ, ਇਹ ਸ਼ਾਇਦ ਕੱਲ ਨੂੰ ਇਹ ਵੀ ਕਰ ਸਕਦੇ ਨੇ ਵੀ ਜੇ ਕੋਈ ਸੂਬਾ ਸਰਕਾਰ ਉਹਨੂੰ ਇੰਪਲੀਮੈਂਟ ਠੀਕ ਢੰਗ ਨਾਲ ਨਹੀਂ ਕਰੇਗੀ, ਅਸੀਂ ਸੈਂਟਰਲ ਏਜੰਸੀਆਂ ਜਿਹੜੀਆਂ ਸਾਡੀਆਂ ਆਪਣੀਆਂ ਸੈਂਟਰਲ ਫੋਰਸਿਸ ਦੇ ਰਾਹੀਂ ਉਹਨੂੰ ਇੰਪਲੀਮੈਂਟ ਕਰਾਵਾਂਗੇ। ਤੁਸੀਂ ਇਹ ਜਿਸ ਪਾਸੇ ਸਰਕਾਰ ਤੁਰ ਪਈ ਹੈਗੀ ਹੈ ਕਨਫਰੰਟੇਸ਼ਨ ਵਾਲੇ ਪਾਸੇ, ਜਿਵੇਂ NIA ਬਣਾਈ ਸੀ, ਕੁਝ ਸੂਬਿਆਂ ਨੇ ਉਦੋਂ ਵਿਰੋਧ ਵੀ ਕੀਤਾ ਸੀ ਕਿ ਇਹ ਸੂਬਿਆਂ ਦੇ ਕੰਮਕਾਜ ਦੇ ਵਿੱਚ ਦਖਲ ਹੋਵੇਗਾ, ਇਹ ਤੁਸੀਂ ਇਹੋ ਜਿਹੀ ਏਜੰਸੀ ਕੋਈ ਨਾ ਬਣਾਓ। ਹੁਣ ਇਹੋ ਕੁਝ ਹੋ ਰਿਹਾ ਹੈ ਕਿ NIA ਡਾਇਰੈਕਟ ਜਾ ਕੇ ਰੇਡ ਕਰ ਰਹੀ ਹੈ ਸੂਬਿਆਂ 'ਚ। ਸੂਬੇ ਕਈ ਵਾਰੀ ਉਹਦੇ ਤੇ ਇਤਰਾਜ਼ ਕਰ ਰਹੇ ਨੇ ਔਰ ਸੂਬਿਆਂ ਨੂੰ ਉਹਦਾ ਪਤਾ ਨਹੀਂ ਲੱਗ ਰਿਹਾ। ਕਈ ਪੈਰਲਲ ਏਜੰਸੀਆਂ ਜਿਹੜੀਆਂ ਨੇ, ਸਿਕਿਉਰਿਟੀ ਏਜੰਸੀਜ਼, ਉਹ ਲੱਗੀਆਂ ਹੋਈਆਂ, ਕਿਤੇ ਉਹ ਆਪਸ 'ਚ ਲੜੀ ਜਾ ਰਹੀਆਂ। ਮੈਨੂੰ ਲੱਗਦਾ ਕਿ ਜਿਹੜਾ ਇਹ ਬਹੁਤ ਖਤਰਨਾਕ ਗੱਲ ਹੈਗੀ ਹੈ
ਜਿਵੇਂ ਇਸ ਗਵਰਨਮੈਂਟ ਆਫ ਇੰਡੀਆ ਇਸ ਵੇਲੇ ਜਾਂ ਮੋਦੀ ਸਰਕਾਰ ਇਹ ਨਵੇਂ ਤੋਂ ਨਵਾਂ ਕਦਮ ਰੋਜ਼ ਚੁੱਕ ਰਹੀ ਹੈ, ਜਿਹੜਾ ਇਹ ਲੇਟੈਸਟ RDF ਦਾ ਇੱਕ ਫੈਸਲਾ ਲਿਆ ਗਿਆ ਹੈ, ਇਹ ਠੀਕ ਹੈ। ਜਿਵੇਂ ਪ੍ਰਾਸ਼ਰ ਜੀ ਨੇ ਕਿਹਾ, ਕਾਫੀ ਦੇਰ ਤੋਂ ਰੌਲਾ ਪੈ ਰਿਹਾ ਹੈਗਾ, ਔਰ ਮੈਂ ਸਮਝਦਾ ਕਿ ਇਹਦੇ 'ਚ ਕੋਈ ਬਹੁਤ ਮਾੜੀ ਗੱਲ ਵੀ ਨਹੀਂ ਜੇ ਇਹਨੂੰ ਬਜਟ ਦੇ ਵਿੱਚ ਲੈਣ ਦਾ ਜਾਏ, ਕੋਈ ਉਹਦੇ 'ਚ ਕੋਈ ਮੇਰੇ ਖਿਆਲ ਕਿਸੇ ਨੂੰ ਬਹੁਤ ਵੱਡਾ ਓਬਜੈਕਸ਼ਨ ਵੀ ਨਹੀਂ ਹੋਣਾ ਚਾਹੀਦਾ ਜੇ ਇਹਨੂੰ ਬਜਟ ਦਾ ਹਿੱਸਾ ਬਣਾ ਲਿਆ ਜਾਏ। ਉਹ ਠੀਕ ਹੈ, ਥੋੜਾ ਜਿਹਾ ਉਹਦੇ 'ਚ ਟਰਾਂਸਪੇਰੈਂਸੀ ਆ ਜਾਏਗੀ, ਅਕਾਊਂਟ ਫਾਰ ਹੋ ਸਕੇਗਾ। ਪਰ ਮੈਂ ਸਮਝਦਾ ਕਿ ਇਸ ਗੱਲ ਲਈ ਸੈਂਟਰ ਦਾ ਇੱਕ ਸਟੇਟ ਦਾ ਟੈਕਸ ਸੀ, GST ਲੱਗਣ ਦੇ ਮੌਕੇ ਸੈਂਟਰ ਨੇ ਕਿਹਾ ਜੀ ਕਿ ਕੋਈ ਗੱਲ ਨਹੀਂ, ਇਹ ਤੁਸੀਂ ਟੈਕਸ ਜਿਹੜਾ ਤੁਹਾਡਾ ਜਾਰੀ ਰਹੇਗਾ, ਅਸੀਂ ਤੁਹਾਨੂੰ ਕੰਪਨਸੇਟ ਕਰ ਦੇ ਰਾਂਗੇ। ਔਰ ਇਹ ਪਾਰਟ ਆਫ ਕਨਸਟੀਟਿਊਸ਼ਨ ਹੈ, ਸਾਡੇ ਵਿਧਾਨ 'ਚ ਜਿਹੜੀ ਇਹ ਅਮੈਂਡਮੈਂਟ ਲਿਆਂਦੀ ਗਈ ਸੀ GST ਲਾਗੂ ਕਰਨ ਲਈ, ਉਹਦੇ 'ਚ ਵੀ ਸ਼ਾਮਲ ਹੈਗਾ। ਉੱਥੋਂ ਹੀ ਭੱਜ ਰਹੇ ਨੇ। ਹੁਣ ਲੇਟੈਸਟ ਜੋ ਮੈਨੂੰ ਪਤਾ ਲੱਗਾ ਹੈ ਕਿ ਜਿਹੜਾ ਪਲੈਨਿੰਗ ਕਮਿਸ਼ਨ ਆਪਣਾ ਸਾਡਾ ਫਾਈਨਾਂਸ ਕਮਿਸ਼ਨ ਬਣਿਆ ਹੋਇਆ, ਉਹ ਫਾਈਨਾਂਸ ਕਮਿਸ਼ਨ ਨੂੰ ਇਹ ਗਵਰਨਮੈਂਟ ਆਫ ਇੰਡੀਆ ਪ੍ਰੈਸ਼ਰਾਈਜ਼ ਕਰ ਰਹੀ ਹੈ ਕਿ ਸਾਡੀ ਜਿਹੜੀ ਵਿੱਤੀ ਹਾਲਤ ਬਹੁਤ ਖਰਾਬ ਹੈ, ਔਰ ਤੁਸੀਂ ਜਿਹੜਾ ਸੂਬਿਆਂ ਦਾ 42% ਟੈਕਸਾਂ 'ਚੋਂ ਹਿੱਸਾ ਹੈ, ਇਹਨੂੰ ਘਟਾ ਕੇ 38% ਕਰ ਦਿਓ। ਜੇ ਉਹ 38% ਹੋ ਗਿਆ, ਸਾਰੇ ਸੂਬੇ ਰੌਲਾ ਪਾਉਣਗੇ, ਠੀਕ ਹੈ। BJP ਵਾਲਿਆਂ 'ਚ ਹਿੰਮਤ ਨਹੀਂ, ਉਹ ਆਪਣੀ ਗਵਰਨਮੈਂਟ ਦੇ ਖਿਲਾਫ ਨਹੀਂ ਬੋਲ ਸਕਣਗੇ, ਪਰ ਬਾਕੀ ਜਿੰਨੀਆਂ ਸਰਕਾਰਾਂ ਨੇ ਜਿਹੜੀਆਂ ਗੈਰ BJP ਗਵਰਨਮੈਂਟਾਂ ਹੋਣਗੀਆਂ ਸੂਬਿਆਂ 'ਚ, ਉਹ ਸਾਰੀਆਂ ਇਸ ਗੱਲ ਦੇ ਖਿਲਾਫ ਖੜੀਆਂ ਹੋਣਗੀਆਂ, ਰੌਲਾ ਪਾਉਣਗੀਆਂ, ਕਿਉਂਕਿ ਸੂਬਿਆਂ ਦੀ ਹਾਲਤ ਆਲਰੇਡੀ ਬਹੁਤ ਖਰਾਬ ਹੈ, ਬਹੁਤ ਵਿੱਤੀ ਉਹਨਾਂ ਦੀ ਸਥਿਤੀ ਖਰਾਬ ਹੋਈ ਹੈ। ਔਰ ਜਿਸ ਢੰਗ ਦੇ ਨਾਲ ਮੈਂ ਸਮਝਦਾ ਕਿ ਗਵਰਨਮੈਂਟ ਆਫ ਇੰਡੀਆ ਚੱਲ ਰਹੀ ਹੈ, ਜੋ ਮਿਸਮੈਨੇਜਮੈਂਟ ਉਹ ਦਿਖਾ ਰਹੇ ਨੇ, ਬੇਸਿਕਲੀ ਫਾਈਨੈਂਸ਼ੀਅਲ ਪੋਜੀਸ਼ਨ ਖਰਾਬ ਹੋਣ ਦਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਮੁੱਖ ਕਾਰਨ ਇਹ ਹੈਗਾ ਕਿ ਉਹਨਾਂ ਦੀ ਮੈਨੇਜਮੈਂਟ ਠੀਕ ਨਹੀਂ ਹੈਗੀ, ਪੈਸੇ ਦੀ ਵਰਤੋਂ ਠੀਕ ਨਹੀਂ ਹੋ ਰਹੀ, ਉਧਰ ਉਹ ਧਿਆਨ ਨਹੀਂ ਦੇ ਰਹੇ, ਔਰ ਸੂਬਿਆਂ ਦੀ ਬਾਂਹ ਮਰੋੜੀ ਜਾ ਰਹੇ ਨੇ। ਹੁਣ ਜੇ ਪੰਜਾਬ ਦਾ, ਜਿਵੇਂ ਉਹ ਕਹਿੰਦੇ ਨੇ ਲੇਟੈਸਟ RDF ਦਾ 1000 ਕਰੋੜ ਰੁਪਇਆ ਰੋਕ ਲਿਆ ਗਿਆ, ਅੱਜ ਦੀ ਡੇਟ 'ਚ ਪੰਜਾਬ ਲਈ ਇਹ 1000 ਕਰੋੜ ਰੁਪਇਆ ਬਹੁਤ ਇੰਪੋਰਟੈਂਟ ਹੈ, ਉਹਨਾਂ ਨੇ ਰੋਕ ਲਿਆ। ਹੁਣ ਮੇਰਾ ਜੋ ਆਪਣਾ ਅੰਦਾਜ਼ਾ ਹੈਗਾ, ਠੀਕ ਹੈ ਸੂਬਾ ਜਾ ਕੇ ਰੌਲਾ ਪਾਏਗਾ ਉੱਥੇ ਜਾ ਕੇ, ਪਰ ਇਹ ਕੱਲ ਨੂੰ ਲੀਗਲ ਬੈਟਲ ਸ਼ੁਰੂ ਹੋਣਗੇ। ਜਿਵੇਂ ਵਿੱਤ ਮੰਤਰੀ ਸਾਡੇ ਨੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ 'ਚ ਵੀ ਜਾਵਾਂਗੇ, ਇਹ ਸਾਡਾ ਲੀਗਲ ਰਾਈਟ ਹੈ, ਅਸੀਂ ਇਹਦੇ ਲਈ ਲੜਾਂਗੇ। ਸੋ ਮੈਨੂੰ ਲੱਗਦਾ ਕਿ ਦਿਨ ਬ ਦਿਨ ਇਹ ਸਾਰੇ ਮਸਲੇ ਨੂੰ ਗਵਰਨਮੈਂਟ ਆਫ ਇੰਡੀਆ ਉਲਝਾਈ ਜਾ ਰਹੀ ਹੈ, ਔਰ ਕਿਸੇ ਮਸਲੇ ਨੂੰ ਸੁਲਝਾਉਣ ਦੀ ਥਾਂ ਤੇ ਉਹਨੂੰ ਵਿਗਾੜਿਆ ਜਾ ਰਿਹਾ। ਜਿਵੇਂ ਹੁਣੇ ਪ੍ਰਾਸ਼ਰ ਸਾਹਿਬ ਨੇ ਵੀ ਕਿਹਾ ਸੀ ਕਿ ਜੀ ਬੜੇ ਆਸਾਨੀ ਦੇ ਨਾਲ ਕਿਸਾਨਾਂ ਦੇ ਨਾਲ ਬੈਠ ਕੇ ਗੱਲ ਕਰਕੇ ਇਹ ਮਸਲਾ ਮੁਕਾਇਆ ਜਾ ਸਕਦਾ, ਪਰ ਮੈਂ ਸਮਝਦਾ ਕਿ ਜਿਵੇਂ ਮੋਦੀ ਨੇ ਬਿਹਾਰ 'ਚ ਜਾ ਕੇ ਛਾਤੀ ਤੇ ਹੱਥ ਮਾਰ ਕੇ ਕਿਹਾ ਕਿ ਜਦੋਂ ਤੱਕ ਮੈਂ ਹੈਗਾ ਇਹ ਬਿੱਲ ਵਾਪਸ ਨਹੀਂ ਹੋਣਗੇ, ਕਾਇਮ ਰਹਿਣਗੇ, ਮੈਨੂੰ ਦੱਸੋ ਜੀ ਉਹਦੇ ਤੋਂ ਬਾਅਦ ਫਿਰ ਕੰਪਰੋਮਾਈਜ਼ ਕਿੱਥੇ ਰਹਿ ਜਾਏਗਾ? ਮੈਨੂੰ ਜਿਹੜਾ ਬੰਦਾ ਕੰਪਰੋਮਾਈਜ਼ ਕਰਨ ਲਈ ਤਿਆਰ ਹੋਏਗਾ। ਹਰਕਮਲ ਜੀ, ਮੈਂ ਹਰਕਮਲ ਜੀ ਤੁਹਾਨੂੰ ਵਿੱਚੋਂ ਟੋਕ ਕੇ ਕਹਿ ਰਿਹਾ, ਜਦੋਂ ਤੁਸੀਂ ਪ੍ਰਾਈਮ ਮਿਨਿਸਟਰ ਦੀ ਗੱਲ ਕਰ ਰਹੇ ਹੋ ਨਰਿੰਦਰ ਮੋਦੀ ਦੀ, ਬਿਹਾਰ 'ਚ ਜਿਹੜਾ ਉਹਨਾਂ ਨੇ ਬਿਆਨ ਦਿੱਤਾ, ਉਹਦੀ ਇੱਕ ਹੋਰ ਕਮਾਲ ਦੇਖੋ। ਉਹਨਾਂ ਨੇ ਕਿਹਾ ਕਿ ਜਿਹੜੇ ਨਵੇਂ ਖੇਤੀ ਕਾਨੂੰਨ ਹੈ, ਤੇ ਨਾਲ ਹੀ ਉਹਨਾਂ ਨੇ ਕਿਹਾ ਧਾਰਾ 370 ਇਹ ਦੋਨੇ ਵਾਪਸ ਨਹੀਂ ਲਏ ਜਾਣਗੇ। ਯਾਨੀ ਪ੍ਰਧਾਨ ਮੰਤਰੀ ਨੇ ਬੜਾ ਇੱਕ ਇਮੋਸ਼ਨਲ ਪੱਤਾ ਖੇਤੀ ਕਾਨੂੰਨ ਦੇ ਨਾਲ ਧਾਰਾ 370 ਦੋਨੇ ਇਕੱਠੇ ਜਦੋਂ ਗੱਲਾਂ ਕਹੀਆਂ, ਤਾਂ ਕਿ ਲੋਕਾਂ ਦਾ ਧਿਆਨ ਇਮੋਸ਼ਨਲ ਇਸ਼ੂ ਵੱਲ ਜਾਵੇ ਤੇ ਖੇਤੀ ਮਾਮਲੇ ਦਬਕੇ ਰਹਿ ਜਾਣ। ਇਦਾਂ ਦੀਆਂ ਖੇਡਾਂ ਵੀ ਖੇਡੀਆਂ ਜਾ ਰਹੀਆਂ, ਜਿਹੜੀ ਇਮੋਸ਼ਨਲ ਪੱਤੇ ਖੇਡ ਕੇ ਲੋਕਾਂ ਦੇ ਜਿਹੜੇ ਰੀਅਲ ਇਸ਼ੂ ਹੈ ਉਹਨਾਂ ਨੂੰ ਦਬਾ ਦਿਓ। ਦੇਖੋ, ਭਾਜਪਾ ਜਿਹੜੀ ਹੈ, ਭਾਜਪਾ ਨੇ 2 ਇਲੈਕਸ਼ਨਸ ਹਿੰਦੁਸਤਾਨ 'ਚ ਜਿੱਤੀਆਂ। ਲੋਕਾਂ, ਕਾਂਗਰਸ ਪਾਰਟੀ ਜਾਂ ਬਾਕੀ ਪਾਰਟੀਆਂ ਰੌਲਾ ਪਾਉਂਦੀਆਂ ਰਹੀਆਂ ਕਿ ਜੀ ਇਹਨਾਂ ਨੇ ਹਿੰਦੂਤਵਾ ਦੇ ਨਾਂ ਤੇ ਜਾਂ ਇੱਕ ਫਿਰਕੂ ਨਾਅਰੇ ਦੇ ਨਾਂ ਤੇ ਇਲੈਕਸ਼ਨਾਂ ਹਿੰਦੁਸਤਾਨ 'ਚ ਜਿੱਤ ਲਈਆਂ। ਪਰ ਹੁਣ ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਜਿਸ ਢੰਗ ਦੇ ਨਾਲ ਹੁਣ ਇਸ ਕਿਸਾਨੀ ਮੁੱਦੇ ਨੂੰ ਕਸ਼ਮੀਰ ਦੇ ਨਾਲ ਜੋੜਨਾ ਆਪਣੇ ਆਪ 'ਚ ਇੱਕ ਫਿਰਕੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀ ਗੱਲ ਹੈ, ਔਰ ਇਹ ਬਹੁਤ ਗਲਤ ਕਦਮ ਹੈ। ਹਿੰਦੁਸਤਾਨ ਵਰਗੇ ਦੇਸ਼ ਦੇ ਵਿੱਚ ਇਹੋ ਜਿਹੀ ਗੱਲ ਕਰਨੀ ਬਹੁਤ ਮਾੜੀ ਗੱਲ ਸਮਝੀ ਜਾਣੀ ਚਾਹੀਦੀ ਹੈ। ਔਰ ਤੁਸੀਂ ਦੇਖੋ ਕਿ ਜਿਸ ਢੰਗ ਦੇ ਨਾਲ ਸਾਰੀ ਉਹਨਾਂ ਦੀ ਲੀਡਰਸ਼ਿਪ, ਚਾਹੇ ਉਹ ਨੱਡਾ ਹੈਗਾ ਜਾਂ ਬਾਕੀ ਨੇ, ਮੈਂ ਸਮਝਦਾ ਜਿੰਨੇ ਪੰਜਾਬ 'ਚ ਸਾਡੇ ਲੀਡਰ ਬੋਲ ਰਹੇ ਨੇ ਕਿ ਜੀ ਅਸੀਂ ਗੱਲ ਕਰਾ ਦਾਂਗੇ, ਇਹਨਾਂ 'ਚ ਤੇ ਆਪਣੇ 'ਚ ਹਿੰਮਤ ਨਹੀਂ ਹੈਗੀ ਕਿ ਇਹ ਨਰਿੰਦਰ ਮੋਦੀ ਨਾਲ ਗੱਲ ਕਰ ਲੈਣ। ਇਹ ਨਰਿੰਦਰ ਮੋਦੀ ਨਾਲ ਤੇ ਇਹਨਾਂ ਦੀ ਆਪਣੀ ਗੱਲ ਨਹੀਂ ਹੁੰਦੀ, ਇਹ ਕਿਸਾਨਾਂ ਦੀ ਗੱਲ ਕੀ ਕਰਾਉਣਗੇ ਜਾ ਕੇ ਉੱਤੇ। ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਜੇ ਇਹ ਕਨਫਰੰਟੇਸ਼ਨ ਦੀ ਜਿਹੜੀ ਪਾਲਿਸੀ ਮੋਦੀ ਸਰਕਾਰ ਨੇ ਅਪਣਾ ਲਈ ਹੈ, ਹਰ ਇਸ਼ੂ ਦੇ ਉੱਤੇ ਉਹਨਾਂ ਨੇ ਮਗਰਲੇ ਜਿਹੜੇ ਕੁਝ ਇਸ਼ੂ ਸੀ ਉਹਨਾਂ ਤੇ ਕਾਮਯਾਬ ਰਹੇ,
ਠੀਕ ਹੈ ਕਸ਼ਮੀਰ ਦਾ ਇਸ਼ੂ ਹੈਗਾ ਸੀ, ਉਹਦੇ ਤੇ ਉਹ ਕਾਮਯਾਬ ਰਹੇ, ਜਾਂ ਨੋਟਬੰਦੀ ਜਾਂ GST ਉਹਨਾਂ ਨੇ ਲਾਗੂ ਕਰ ਲਿਆ, ਧੱਕੇ ਨਾਲ ਕਰ ਲਿਆ। ਪਰ ਇਹ ਕਿਸਾਨੀ ਦੇ ਨਾਲ ਜਿਹੜਾ ਇਹ ਇੱਕ ਪੰਗਾ ਲੈ ਰਹੇ ਨੇ, ਕਿਸਾਨੀ ਦੀ ਰੋਟੀ ਰੋਜ਼ੀ ਜਿਹੜੀ ਖੋਹਣ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਜਿਸ ਢੰਗ ਦੇ ਨਾਲ ਇਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਦੇਸ਼ ਲਈ ਬੜਾ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਕੱਲ ਨੂੰ ਬਾਕੀ ਸੂਬਿਆਂ 'ਚ ਵੀ ਕਿਸਾਨ ਖੜੇ ਹੋ ਕੇ ਇਹਦੇ ਖਿਲਾਫ ਰੌਲਾ ਪਾਉਣਗੇ, ਔਰ ਇਹ ਮੋਦੀ ਸਰਕਾਰ ਨੂੰ ਇਹ ਫੈਸਲਾ ਕਾਫੀ ਮਹਿੰਗਾ ਪੈ ਸਕਦਾ। ਜੀ ਥੈਂਕ ਯੂ ਵੈਰੀ ਮਚ ਪ੍ਰਾਸ਼ੀ ਜੀ। ਸੰਘੀ ਢਾਂਚੇ ਦੀ ਗੱਲ ਵੀ ਬਹੁਤ ਅਹਿਮ ਹੈ। ਲੰਬੇ ਸਮੇਂ ਤੋਂ ਵਿਰੋਧੀ ਸਰਕਾਰਾਂ ਇਹ ਮਾਮਲਾ ਉਠਾਉਂਦੀਆਂ ਰਹੀਆਂ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ, ਜਿਹੜੇ ਸੂਬਿਆਂ ਦੇ ਅਧਿਕਾਰ ਹੈ, ਉਹ ਮਿਊਨਿਸਪਲ ਕਮੇਟੀਆਂ ਬਣ ਕੇ ਰਹਿ ਗਿਆ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਉਹਨਾਂ ਦੇ ਭਾਈਵਾਲ ਸੀ ਸ਼੍ਰੋਮਣੀ ਅਕਾਲੀ ਦਲ ਵਾਲੇ ਪੰਜਾਬ 'ਚ, ਤਾਂ ਉਦੋਂ ਵੀ ਕਦੇ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦੇ ਹੁੰਦੇ ਸੀਗੇ ਕਿ ਹੁਣ ਕੇਂਦਰ ਨੇ ਆਪਣੇ ਕੋਲੇ ਅਧਿਕਾਰ ਸਾਰੇ ਲੈ ਲਏ ਹੈ, ਰਾਜ ਤਾਂ ਜਿਹੜੀਆਂ ਮਿਊਨਿਸਪਲ ਕਮੇਟੀਆਂ ਬਣ ਕੇ ਰਹਿ ਗਿਆ। ਜਿਸ ਤਰੀਕੇ ਨਾਲ ਇਹ ਵਰਤਾਰਾ ਕੀਤਾ ਜਾ ਰਿਹਾ ਹੈ, ਜਿਹੜਾ ਸਾਡਾ ਸੰਵਿਧਾਨਿਕ ਢਾਂਚਾ ਸੀਗਾ, ਚਾਹੇ ਆਪਾਂ ਬੰਗਾਲ ਦੀ ਗੱਲ ਕਰ ਲਈਏ, ਦੂਜੀਆਂ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਜਿਹੜੀਆਂ ਉੱਥੇ ਗੱਲ ਕਰ ਲਈਏ, ਜਾਣੀ ਉਹਨਾਂ ਦੇ ਤਾਂ ਸਾਰੇ ਅਧਿਕਾਰਾਂ 'ਚ ਸਿੱਧੇ ਤੌਰ ਤੇ ਦਖਲ ਦਿੱਤਾ ਜਾ ਰਿਹਾ ਹੈ। ਲਾਗੂ ਕੇਂਦਰ ਵੱਲੋਂ, ਕਾਨੂੰਨ ਕੇਂਦਰ ਵੱਲੋਂ, ਇੰਪਲੀਮੈਂਟੇਸ਼ਨ ਸੂਬਿਆਂ ਵੱਲੋਂ। ਜੇ ਨਹੀਂ ਕਰੋਗੇ ਤਾਂ ਫਿਰ ਤੁਹਾਡੇ ਬਾਰੇ ਕੁਝ ਵੀ ਕਿਹਾ ਜਾ ਸਕਦਾ ਹੈ। ਬਿਲਕੁਲ ਜਗਤਾਰ ਜੀ, ਬਿਲਕੁਲ ਇਹੀ ਗੱਲ ਹੋ ਰਹੀ ਹੈ, ਕਿਉਂਕਿ ਜਦੋਂ ਦੀ ਮੋਦੀ ਸਰਕਾਰ ਉੱਥੇ ਸੱਤਾ 'ਚ ਆਈ ਹੈ ਤਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਇੱਕ ਤਰ੍ਹਾਂ ਦੀ ਧੱਕੇਸ਼ਾਹੀ ਦੇ ਨਾਲ ਆਪਣੀ ਗੱਲ ਮਨਾਉਣ ਦੀ ਕੋਸ਼ਿਸ਼ ਕਰਦੀ ਹੈ, ਔਰ ਇੱਕ ਨਹੀਂ ਇਹ ਕਈ ਵਾਰ ਸਾਬਤ ਹੋਇਆ। ਹੁਣ ਲੇਟੈਸਟ ਜਿਹੜਾ ਹੈ ਉਹ ਕਿਸਾਨਾਂ ਦਾ ਮੁੱਦਾ ਹੈ। ਹੁਣ ਪੰਜਾਬ ਦੇ ਵਿੱਚ ਪੰਜਾਬ ਤੇ ਇਹ ਜ਼ੋਰ ਪਾਇਆ ਜਾ ਰਿਹਾ ਹੈ ਕਿ ਜਾਂ ਤਾਂ ਮਸਲਾ ਹੱਲ ਕਰੋ, ਕਿਸਾਨਾਂ ਦਾ ਸਾਥ ਛੱਡੋ, ਔਰ ਹਿੰਟ ਹੈ ਕਿ ਤੁਹਾਨੂੰ ਆਰਟੀਕਲ 356 ਦੇ ਜ਼ਰੀਏ ਆਪਾਂ ਤੁਹਾਨੂੰ ਜਿਹੜਾ ਹੈ ਉਹ ਤੁਹਾਡੀ ਸਰਕਾਰ ਡਿਸਮਿਸ ਕਰ ਦਿਆਂਗੇ। ਤੁਹਾਨੂੰ ਯਾਦ ਹੋਣਾ ਹੈ ਕਿ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਅਸੈਂਬਲੀ ਦੇ ਵਿੱਚ ਵੀ ਕਿਹਾ ਸੀ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ, ਜੇ ਤੁਸੀਂ ਡਿਸਮਿਸ ਕਰਨਾ ਕਰ ਦਿਓ, ਮੈਂ ਪਹਿਲੇ ਅਸਤੀਫਾ ਦਿੱਤਾ ਤੇ ਹੁਣ ਵਾਰ ਫੇਰ ਦੇ ਦੂੰਗਾ, 2 ਵਾਰ ਪਹਿਲੇ ਵੀ ਦੇ ਚੁੱਕਾ। ਔਰ ਜਿਸਲੇ ਉਹ ਪ੍ਰਾਸ਼ੀ ਜੀ ਇੰਪੋਰਟੈਂਟ ਹੈ ਜਿਸ ਮੁੱਦੇ ਤੇ ਗੱਲ ਕਰ ਰਹੇ ਹੋ, ਪ੍ਰਾਸ਼ੀ ਜੀ ਇੰਪੋਰਟੈਂਟ ਹੈ ਜਿਸ ਮੁੱਦੇ ਤੇ ਤੁਸੀਂ ਚਰਚਾ ਕਰ ਰਹੇ ਹੋ, ਕਿਉਂਕਿ ਬਹੁਤ ਵੱਡਾ ਮਾਮਲਾ ਹੈ। ਜੇ ਕੇਂਦਰ ਜਿਹੜਾ ਹੈਗਾ ਏਦਾਂ ਕਿਸਾਨੀ ਦੇ ਮੁੱਦੇ ਤੇ ਇਹਨਾਂ ਦੀ ਬਾਂਹ ਮਰੋੜਨ ਦੀ ਗੱਲ ਕਰ ਰਿਹਾ, ਔਰ ਕੈਪਟਨ ਅਮਰਿੰਦਰ ਸਦਨ ਦੇ ਅੰਦਰ ਬਿਆਨ ਦੇ ਰਿਹਾ, ਸੋ ਇਹ ਇਕੱਲਾ ਪੋਲੀਟੀਕਲ ਬਿਆਨ ਹੀ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਇਹ ਹਕੀਕਤਾਂ ਦੇ ਵਿੱਚ ਵੀ ਹੈ ਜੋ ਕੇਂਦਰ ਵੱਲੋਂ ਕੀਤਾ ਜਾ ਰਿਹਾ ਹੈ? ਨਹੀਂ ਜਗਤਾਰ ਜੀ, ਇਹ ਬੜੀ ਕਲੀਅਰ ਪੋਸੀਬਿਲਿਟੀ ਹੈ ਜਿਸ ਹਿਸਾਬ ਨਾਲ ਕੇਂਦਰ ਦਾ ਪੰਜਾਬ ਦੇ ਉੱਤੇ, ਖਾਸ ਤੌਰ ਤੇ ਅਮਰਿੰਦਰ ਸਰਕਾਰ ਦੇ ਉੱਤੇ ਜਿਹੜਾ ਦਬਾਅ ਵੱਧਦਾ ਜਾ ਰਿਹਾ ਹੈ ਕਿ ਕਦੀ ਆਪਾਂ RDF ਰੋਕ ਲੈਂਦੇ ਹਾਂ, ਕਦੇ ਇਕਨੋਮਿਕ ਬਲੌਕੇਟ ਦੀ ਗੱਲ ਕਰਦੇ ਹਾਂ। ਔਰ ਤੁਸੀਂ ਇਹ ਦੇਖੋ ਕਿ ਜਿਸ ਵੇਲੇ ਵਿਧਾਨ ਸਭਾ ਨੇ ਇਹ ਨਵਾਂ ਕਾਨੂੰਨ ਪਾਸ ਕਰਕੇ ਜਿਹੜੇ ਹੈ ਐਗਰੀ ਦਾ ਲਾਭ ਪੰਜਾਬ ਦੇ ਉਹਨੂੰ ਦੇਣ ਗਏ ਸੀ ਆਪਣਾ ਗਵਰਨਰ ਸਾਹਿਬ ਨੂੰ, ਤਾਂ ਉੱਥੇ ਵੀ ਇਹ ਗੱਲ ਚੱਲੀ ਸੀ। CM ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੋਣੀ ਹੈ, ਉਹਨਾਂ ਨੇ CM ਸਾਹਿਬ, ਉਹਨਾਂ ਨੇ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਕਿ ਇਹ ਜਿਹੜੇ ਮੈਂ ਆਪਾਂ ਬਿੱਲ ਲੈ ਕੇ ਆਏ ਹਾਂ ਇਹਨਾਂ ਨੂੰ ਜਲਦੀ ਅਸੈਂਟ ਦਿਓ, ਉਹ ਪ੍ਰੈਜ਼ੀਡੈਂਟ ਨੂੰ ਭੇਜੋ ਤਾਂ ਕਿ ਇਹਨੂੰ ਆਪਾਂ ਕਾਨੂੰਨ ਦੀ ਸ਼ੇਪ 'ਤੇ ਚੱਲ ਸਕੀਏ। ਹਾਲੇ ਤੱਕ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ। ਸਾਰੀਆਂ ਪਾਰਟੀਆਂ ਨੂੰ ਇਹ ਖਦਸ਼ਾ ਹੈ ਕਿ ਇਹ ਬਿੱਲ ਜਿਹੜੇ ਹੈ ਪਹਿਲੇ ਤਾਂ ਰਾਜ ਭਵਨ ਤੋਂ ਨਹੀਂ ਨਿਕਲਣੇ, ਉਹ ਜੇ ਰਾਜ ਭਵਨ ਤੋਂ ਕਿਸੇ ਤਰ੍ਹਾਂ ਨਿਕਲ ਕੇ ਦਿੱਲੀ ਪਹੁੰਚ ਗਏ ਤਾਂ ਰਾਸ਼ਟਰਪਤੀ ਭਵਨ 'ਚੋਂ ਨਹੀਂ ਨਿਕਲਣੇ। ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੇ ਬਿੱਲ ਜਿਹੜੇ ਹੈ ਇਹਦਾ ਧਰੇ ਰਹਿ ਜਾਣਗੇ। ਔਰ ਦੂਜੇ ਪਾਸੇ ਮੋਦੀ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਤਲਵਾਰ ਲਟਕਾਈ ਹੋਇਆ ਹੈ ਕਿ ਆਰਟੀਕਲ 356 ਦੇ ਅੰਦਰ ਅਗਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਟੁੱਟਦਾ ਹੈ ਤਾਂ ਇਹ ਤੁਹਾਡੀ ਜ਼ਿੰਮੇਵਾਰੀ ਹੈ ਇੱਥੇ ਇਹਨੂੰ ਰਿਸਟੋਰ ਕਰਨਾ। ਜੇ ਨਹੀਂ ਕਰ ਸਕਦੇ ਤਾਂ ਤੁਹਾਨੂੰ ਬਰਤਰਫ ਵੀ ਕੀਤਾ ਜਾ ਸਕਦਾ ਹੈ। ਇਹੋ ਜਿਹੇ ਹਿੰਟ ਜਿਹੜੇ ਆ ਮਿਲਣੇ ਸ਼ੁਰੂ ਹੋ ਗਏ ਆ। ਇਸੇ ਬੈਕਗ੍ਰਾਉਂਡ ਦੇ ਵਿੱਚ CM ਨੇ ਕਿਹਾ ਸੀ ਕਿ ਜੇ ਮੈਂ ਡਿਸਮਿਸ ਹੋਣਾ ਜਾਂ ਮੈਨੂੰ ਅਸਤੀਫਾ ਦੇਣਾ ਪੈਂਦਾ ਤਾਂ ਮੈਨੂੰ ਕੋਈ ਪਰਵਾਹ ਨਹੀਂ। ਹੁਣ ਦੂਜੀ ਗੱਲ ਇਹ ਹੈ ਕਿ ਕਿਸਾਨਾਂ ਦਾ ਜਿਹੜਾ ਪੰਜਾਬ ਦੇ ਵਿੱਚ ਮੁਜ਼ਾਹਰਾ ਜਿਹੜਾ ਐਜੀਟੇਸ਼ਨ ਹੈ ਉਹ ਸਿਰਫ ਹੁਣ ਪੰਜਾਬ 'ਚ ਨਹੀਂ, ਉਹ ਹੁਣ ਹੌਲੀ ਹੌਲੀ ਦਿੱਲੀ ਵੱਲ ਵੱਧ ਰਹੀ ਹੈ। ਅਗਲੇ ਮਹੀਨੇ ਪੰਜਾਬ ਦੇ ਕਿਸਾਨ ਇਕੱਠੇ ਹੋ ਕੇ ਦਿੱਲੀ ਜਾ ਰਹੇ ਆ, ਉੱਥੇ ਧਰਨਾ ਲਾਉਣਗੇ, ਉੱਥੇ ਮੁਜ਼ਾਹਰੇ ਕਰਨਗੇ। ਉਸ ਤੋਂ ਬਾਅਦ ਉਹਨਾਂ ਨੇ ਆਲ ਇੰਡੀਆ ਦੀ ਕਾਲ ਦਿੱਤੀ ਹੈ। ਉਹਦਾ ਮਤਲਬ ਇਹ ਹੈ ਕਿ ਇਹਦਾ ਸਾਰਾ ਇੰਪੈਕਟ ਜਿਹੜਾ ਹੈ ਪੂਰੇ ਕੁੱਲ ਹਿੰਦੁਸਤਾਨ ਦੇ ਉੱਤੇ ਪਏਗਾ, ਔਰ ਕੇਂਦਰ ਸਰਕਾਰ ਨੂੰ ਇਸ ਦੇ ਉੱਤੇ ਇਹ ਕੋਈ ਨਾ ਕੋਈ ਰਾਹ ਲੱਭਣਾ ਪਏਗਾ, ਜਾਂ ਝੁਕਣਾ ਪਏਗਾ ਜਾਂ ਪਿੱਛੇ ਹਟਣਾ ਪਏਗਾ, ਜਾਂ ਕਮ ਸੇ ਕਮ MMC ਅਸ਼ੋਰ ਕਰਨੀ ਪਏਗੀ ਕਿਸੇ ਨਾ ਕਿਸੇ ਤਰ੍ਹਾਂ ਕਿ ਕਿਸਾਨਾਂ ਦੇ ਕਿਸੇ ਤਰ੍ਹਾਂ ਉਹਨਾਂ ਦਾ ਮਾਲੀ ਨੁਕਸਾਨ ਨਾ ਹੋਵੇ। ਅੱਛਾ, ਦੂਜਾ ਇੱਕ ਜਿਹੜੀ ਤੁਸੀਂ ਗੱਲ ਜਿਹੜੀ ਹੁਣ ਦੱਸੀ ਹੈ ਕਿ ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਦੇ ਵਿੱਚ ਕਿਹਾ
ਕਿ ਜੀ ਜਿਹੜਾ ਕਿਸਾਨ ਜਿਹੜਾ ਹੈ ਆਪਣੀ ਪਰਾਲੀ ਸਾੜਦਾ ਖੇਤਾਂ ਦੇ ਵਿੱਚ, ਤਾਂ ਉਹਦੇ ਖਿਲਾਫ ਤਾਂ ਅਸੀਂ ਇੰਨਾ ਹੀ ਕਰੋੜ ਰੁਪਏ। ਬਈ ਪੰਜਾਬ ਦੇ ਕਿਸਾਨ ਤਾਂ ਪਹਿਲੀ ਮਰਿਆ ਪਿਆ, ਹਰ ਦੂਜੇ ਪ੍ਰਾਸ਼ਾ ਜੀ 1 ਕਰੋੜ, ਪ੍ਰਾਸ਼ਾ ਜੀ ਸਰ 1 ਕਰੋੜ ਰੁਪਇਆ ਤਾਂ ਉਹਦੇ ਦਾਦਿਆਂ ਪੜਦਾਦਿਆਂ ਨੇ ਕਈ ਪੁਰਸ਼ਾਂ ਦੀ ਪੂੰਜੀ ਇਕੱਠੀ ਕਰ ਲਓ ਤਾਂ 1 ਕਰੋੜ ਨਹੀਂ ਇਕੱਠਾ ਹੋ ਸਕਦਾ। ਪੰਜਾਬੀ 'ਚ ਕਹਿੰਦੇ 1 ਕਰੋੜ ਤਾਂ ਕਿਸਾਨ ਠਿਕਰੀਆਂ ਨਹੀਂ ਇਕੱਠੀਆਂ ਕਰ ਸਕਦਾ, ਪੈਸੇ ਕਿੱਥੋਂ ਕਰ ਲੇਗਾ। ਐਗਜ਼ੈਕਟਲੀ, ਤੁਸੀਂ ਦੇਖੋ ਨਾ, ਆਪਾਂ ਹਰ ਤੀਜੇ ਦਿਨ ਗੱਲ ਸੁਣਦੇ ਹਾਂ ਕਿ ਕਿਸਾਨ, ਪੁਰਾਣੇ ਕਿਸਾਨ ਨੇ ਕਰਜ਼ੇ ਦੇ ਬੋਝ ਥੱਲੇ ਖੁਦਕੁਸ਼ੀ ਕਰ ਲਈ। ਆਹ ਇੱਕ ਨਵੀਂ ਮੁਸੀਬਤ। ਤੇ ਇਹਨਾਂ ਹਾਲਾਤ ਦੇ ਵਿੱਚੋਂ ਆਪਾਂ ਕੀ ਚਾਹੁੰਦੇ, ਇੱਦਾਂ ਦੀ ਗੱਲ ਤਾਂ, ਇੱਦਾਂ ਦੀ ਕਾਰਵਾਈ ਤਾਂ ਕਲੋਨੀਅਲ ਸਰਕਾਰ ਵੀ ਨਹੀਂ ਕਰਦੀ ਜਿੱਦਾਂ ਦੀ ਹੁਣ ਇੱਥੇ ਕਰ ਰਹੀ ਹੈ ਕਿ ਆਪਾਂ ਸਿੱਧੇ ਹੋ ਜਾਓ, ਨਹੀਂ ਤਾਂ ਤੁਹਾਡੇ ਤੇ ਜੇਲ੍ਹ ਭੇਜ ਦਿਆਂਗੇ, ਨਹੀਂ ਤਾਂ ਤੁਹਾਡੇ ਤੇ ਅਸੀਂ ਜਿਹੜੀ ਹੈ ਫਾਈਨ ਲਗਾ ਦਿਆਂਗੇ, ਜਿਹੜੀ ਤੁਹਾਡੀ ਕੁਰਕੀ ਕਰ ਦਿਆਂਗੇ। ਇਹ ਹੁਣ ਗੱਲਾਂ ਜਿਹੜੀਆਂ ਹੁਣ ਮਾਡਰਨ ਜ਼ਮਾਨੇ ਦੇ ਵਿੱਚ ਨਹੀਂ ਚੱਲ ਸਕਦਾ। ਸਰ ਅੱਗੇ ਜਾਣ ਤੋਂ ਪਹਿਲਾਂ ਇੱਕ ਸੰਖੇਪ 'ਚ ਸਵਾਲ ਮੈਂ ਜ਼ਰੂਰ ਹੋਰ ਲੈਣਾ ਚਾਹਾਂਗਾ। ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਆਪਾਂ ਭਾਰਤੀ ਜਨਤਾ ਪਾਰਟੀ ਨੂੰ ਪਾਸੇ ਛੱਡ ਦਿਓ ਕਿਉਂਕਿ ਭਾਜਪਾ ਦਾ ਇੱਕ ਵੱਖਰਾ ਦ੍ਰਿਸ਼ਟੀਕੋਣ ਹੈ, ਆਪ ਵਾਲੇ ਹੈ, ਕਾਂਗਰਸ ਵਾਲੇ ਹੈ, ਅਕਾਲੀ ਦਲ ਹੈ, ਇਹਨਾਂ ਦੇ ਬੜੇ ਆਪਸ ਵਿੱਚ ਸ਼ਾਰਪ ਤਿੱਖੇ ਮਤਭੇਦ ਹੈਗੇ ਹੈ, ਪਰ ਸਾਰੇ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੇ ਹੈ। ਕੀ ਲੱਗਦਾ ਹੈ ਜਦੋਂ ਪੰਜਾਬ ਐਡੇ ਵੱਡੇ ਸੰਕਟ ਦਾ ਸ਼ਿਕਾਰ ਹੈ ਤਾਂ ਇਹਨਾਂ ਧਿਰਾਂ ਨੂੰ ਆਪਣੀ ਜਿਹੜੀ ਰਾਜਸੀ ਸੱਤਾ ਦੀ ਜਿਹੜੀ ਲਾਲਸਾ ਹੈ ਉਹ ਛੱਡ ਕੇ ਘੱਟੋ ਘੱਟ ਕਿਸਾਨੀ ਅੰਦੋਲਨ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿਸਾਨੀ ਅੰਦੋਲਨ ਦੇ ਪਿੱਛੇ ਲੱਗ ਕੇ ਖੜੇ ਹੋਣਾ ਚਾਹੀਦਾ ਹੈ ਜੇ ਸਮਝਦੇ ਆ ਕਿ ਪੰਜਾਬ ਨਾਲ ਜਾਤੀ ਹੋ ਰਹੀ ਹੈ। ਜਗਤਾਰ ਜੀ, ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਨੇ ਤਾਂ ਹਰ ਮੁੱਦੇ ਦੇ ਉੱਤੇ ਸਿਆਸਤ ਕਰਨੀ ਹੈ। ਹੁਣ ਦੇਖੋ ਤੁਸੀਂ, ਆਪਾਂ ਐਗਜ਼ਾਮਪਲ ਲਈਏ, ਅਕਾਲੀ ਦਲ ਤੋਂ ਸ਼ੁਰੂ ਕਰ ਦਿਓ ਕਿ ਅਕਾਲੀ ਦਲ ਨੇ ਜਿਸਲੇ ਆਰਡੀਨੈਂਸ ਆਏਗੀ ਸੈਂਟਰ ਦੇ ਵਿੱਚ ਤਾਂ ਪਹਿਲੇ ਇਹਦੀ ਹਮਾਇਤ ਕੀਤੀ, ਉਸ ਤੋਂ ਬਾਅਦ ਫਿਰ ਪੰਜਾਬ 'ਚ ਆ ਕੇ ਉਹਨੂੰ ਜਸਟੀਫਾਈ ਕੀਤਾ ਕਿ ਜੀ ਇਹ ਬਿਲਕੁਲ ਸਹੀ ਹੈ। ਇੱਥੋਂ ਤੱਕ ਤੇ ਵੱਡੇ ਬਾਦਲ ਨੂੰ ਵੀ ਉਹ ਕੱਢ ਲਿਆਏ ਵਿਚਾਰੇ ਰਿਟਾਇਰਮੈਂਟ ਨੂੰ, ਉਹ ਵੀ ਕਹਿਣ ਲੱਗ ਪਏ ਕਿ ਸਾਨੂੰ ਭਰਾਵਾ ਇਹ 'ਚ ਕੋਈ ਮਾੜਾ ਨਹੀਂ ਹੈ। ਔਰ ਜਿਸਲੇ ਇਸ 'ਤੇ ਪ੍ਰੈਸ਼ਰ ਪੈਣਾ ਪਿਆ ਫਿਰ ਉਹ ਯੂ ਟਰਨ ਲਏ, ਇੱਕ ਯੂ ਟਰਨ, ਫਿਰ ਹਰਸਿਮਰਤ ਬੀਬੀ ਨੂੰ ਅਸਤੀਫਾ ਦਿੱਤਾ ਗਿਆ, ਫਿਰ ਇੱਥੇ ਪੰਜਾਬ 'ਚ ਆ ਕੇ ਇਹਨਾਂ ਨੇ ਇੱਕ ਹੋਰ ਯੂ ਟਰਨ ਲੈ ਲਿਆ। ਪੰਜਾਬ ਦੀ ਅਸੈਂਬਲੀ ਦੇ ਵਿੱਚ ਇਹਨਾਂ ਨੇ ਬਿੱਲ ਸਪੋਰਟ ਕਰਤਾ ਜਿਹੜਾ ਕਿ ਅਮਰਿੰਦਰ ਸਰਕਾਰ ਲੈ ਕੇ ਆਏਗੀ, ਬਾਹਰ ਨਿਕਲ ਕੇ ਕਹਿਤਾ ਕਿ ਨਹੀਂ ਜੀ ਨਹੀਂ ਹੈ, ਠੀਕ ਨਹੀਂ ਹੈ, ਸਾਡਾ ਪਸੰਦ ਨਹੀਂ ਹੈ। ਤੁਸੀਂ ਇਹ ਦੇਖੋ ਤਾਂ ਹਰ ਕਦਮ ਦੇ ਉੱਤੇ ਸਿਆਸਤ ਹੋ ਰਹੀ ਹੈ। ਔਰ ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਸਭ ਤੋਂ ਵੱਡਾ ਵੋਟ ਬੈਂਕ ਪੰਜਾਬ ਦੀ ਕਿਸਾਨੀ ਹੈ। ਕੋਈ ਵੀ ਸਿਆਸੀ ਦਲ ਇਸ ਵੋਟ ਬੈਂਕ ਨੂੰ ਖੋਣ ਦੇ ਤਿਆਰ ਨਹੀਂ ਹੈ। ਐਸੀ ਕਰਕੇ ਹਰ ਕੋਈ ਮੱਲੋ ਮੱਲੀ ਇਹਨਾਂ ਦੇ ਮਗਰ ਲੱਗਿਆ, ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਜੀ ਅਸੀਂ ਇਹਨਾਂ ਦੇ ਕਿਸੇ ਸਟੇਜ ਤੇ ਚੜ੍ਹ ਕੇ ਐਡਰੈਸ ਕਰ ਲਈਏ ਔਰ ਇਹਨਾਂ ਨੂੰ ਨਾਲ ਲਾ ਲਈਏ। ਔਰ ਕਿਸਾਨ ਇਸ ਗੱਲੋਂ ਬੜੇ ਸ਼ਾਤਰ ਹੈ, ਉਹਨਾਂ ਨੇ ਉਹਨਾਂ ਨੇ ਕਿਸੇ ਸਿਆਸੀ ਦਲ ਨੂੰ, ਕਿਸੇ ਸਿਆਸੀ ਨੇਤਾ ਨੂੰ ਆਪਣੇ ਨੇੜੇ ਲੱਗਣ ਦਿੱਤਾ ਔਰ ਮੈਂ ਸਮਝਦਾ ਬਿਲਕੁਲ ਠੀਕ ਕੀਤਾ ਹੈ। ਔਰ ਅਗਰ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕੋਈ ਨਵੀਂ ਤਾਕਤ ਉੱਭਰਦੀ ਹੈ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਸਿਆਸੀ ਜਿਹੜਾ ਮੰਜ਼ਰ ਹੈ ਉਹਦੇ ਲਈ ਅੱਛਾ ਹੀ ਹੋਏਗਾ। ਔਰ ਅਗਰ ਕੋਈ ਨਵੀਂ ਤਾਕਤ, ਨਵੀਂ ਓਨੈਸਟ ਅਗਰ ਕੋਈ ਆਉਂਦੀ ਹੈ ਤਾਂ ਬਹੁਤ ਅੱਛੀ ਗੱਲ ਹੋਏਗੀ। ਪੰਜਾਬ ਦੀ ਡਿਵੈਲਪਮੈਂਟ, ਪੰਜਾਬ ਦੀ ਇੰਪਰੂਵਮੈਂਟ ਲਈ ਹੀ ਸਾਬਤ ਹੋਏਗੀ ਹੈ। ਥੈਂਕ ਯੂ ਵੈਰੀ ਮਚ ਪ੍ਰਾਸ਼ਾ ਜੀ। ਪੰਜਾਬ ਦਾ ਮੰਥਨ ਕੀਤਾ ਜਾ ਰਿਹਾ, ਦੇਖਦੇ ਹਾਂ ਕੀ ਸਾਹਮਣੇ ਆਉਂਦਾ ਹੈ। ਜਸਪਾਲ ਢਿੱਲੋਂ ਜੀ, ਜਿੱਥੇ ਗੱਲ ਆ ਕੇ ਪ੍ਰਾਸ਼ਾ ਜੀ ਨੇ ਛੱਡੀ ਹੈ, ਮੈਂ ਕਿਸਾਨੀ ਅੰਦੋਲਨ ਦੇ ਉੱਤੇ ਤੁਹਾਡੇ ਤੋਂ ਜਵਾਬ ਲੈਣਾ ਚਾਹਾਂਗਾ। ਬਿਲਕੁਲ ਕੇਂਦਰ ਬਾਮ ਰੋਡ ਜਿੱਥੋਂ ਗੱਲ ਕਰਦੇ ਹਾਂ ਆਪਾਂ, ਕੈਪਟਨ ਅਮਰਿੰਦਰ ਦੀ, ਉਹ ਵੀ ਕਈ ਵਾਰ ਕਦੇ ਇੱਧਰ ਕਦੇ ਉੱਧਰ ਦੀਆਂ ਗੱਲਾਂ ਕਰਦੇ ਆ, ਕਦੇ ਕਿਸਾਨਾਂ ਨਾਲ, ਕਦੇ ਕੇਂਦਰਵਾਲ, ਜਿਹੜੀ ਇੱਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਪਰ ਕਿਸਾਨੀ ਅੰਦੋਲਨ 'ਚ ਇਸ ਪੜਾਅ ਦੇ ਉੱਤੇ ਪਹੁੰਚਿਆ ਜਿੱਦਾਂ ਉਹਨਾਂ ਨੇ 5 ਨਵੰਬਰ ਦਾ ਸੱਦਾ ਦਿੱਤਾ ਹੈ ਚੱਕਾ ਜਾਮ ਦਾ, ਉਦੋਂ ਬਾਅਦ ਜਿਹਦਾ ਪ੍ਰਾਸ਼ਾ ਜੀ ਕਹਿ ਰਹੇ ਦਿੱਲੀ ਦੀ ਗੱਲ ਹੈ। ਕੀ ਲੱਗਦਾ ਹੈ ਕਿ ਅੰਦੋਲਨ ਜਿਹੜਾ ਕਿਸਾਨੀ ਅੰਦੋਲਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇਸ ਵੇਲੇ ਇੱਕ ਲਹਿਰ ਦੇ ਰੂਪ 'ਚ ਹੈ ਤੇ ਉਹਨੂੰ ਇੱਦਾਂ ਦੀਆਂ ਕਲਾਬਾਜ਼ੀਆਂ ਦੇ ਨਾਲ ਤੇ ਬਾਂਹ ਮਰੋੜ ਨਾਲ ਦਬਾਉਣਾ ਇੰਨਾ ਸੌਖਾ ਨਹੀਂ। ਜਸਪਾਲ ਜੀ ਕਿਵੇਂ ਦੇਖਦੇ ਹੋ? ਠੀਕ ਹੈ ਕਮੈਂਟਸ। ਜਗਤਾਰ ਜੀ, ਗੱਲ ਇਹ ਹੈ ਕਿ ਜਿਸ ਪਾਸੇ ਵੱਲ ਨੂੰ ਇਹ ਨਰਿੰਦਰ ਮੋਦੀ ਹੋਰੀ ਦੇਸ਼ ਨੂੰ ਲੈ ਕੇ ਜਾ ਰਹੇ ਆ ਨਾ, ਉਹਦੇ ਵਿੱਚ ਜਦੋਂ ਬਹੁਤ ਸ਼ਿਖਰ ਹੋ ਜੇ, ਭਾਵ ਅੱਤ ਹੋ ਜੇ, ਅੱਤ ਤੇ ਅੰਤ ਦੇ ਵਿੱਚ ਅਧਕ ਤੇ ਟਿੱਪੀ ਦਾ ਫਰਕ ਹੈ। ਉਸ ਵੇਲੇ ਅੰਤ ਵਾਲੇ ਪਾਸੇ ਤੋਂ ਤੁਰਦਾ ਬਿਹਾਰ ਚੋਣਾਂ ਤੁਹਾਡੇ ਸਾਹਮਣੇ ਹੋ ਰਹੀਆਂ ਨੇ, ਜੋ ਉੱਥੋਂ ਦੀਆਂ ਆਵਾਜ਼ਾਂ ਉੱਠ ਕੇ ਸਾਹਮਣੇ ਆ ਰਹੀਆਂ ਨੇ। ਕਦੇ ਵੋਟਰ ਵੋਕਲ ਹੋ ਕੇ ਬੋਲਦਾ ਨਹੀਂ ਦੇਖਿਆ, ਪਹਿਲੀ ਵਾਰ ਆ ਕੇ ਵੋਟਰ ਉੱਥੇ ਬੋਲਿਆ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਘਸੀਟਿਆ ਗਿਆ, ਗੱਡੀਆਂ ਹੇਠਾਂ ਆਏ, ਮਤਲਬ ਸੜਕਾਂ ਦੇ ਉਹਨਾਂ ਦੇ ਨਾਲ ਜੋ ਵਾਪਰਿਆ, ਪ੍ਰੈਗਨੈਂਟ ਲੇਡੀ ਦੇ ਜਿਹੜੇ ਜਨੇਪੇ ਸੀ ਉਹ ਰਸਤਿਆਂ ਦੇ ਵਿੱਚ ਹੋਏ, ਉਹ ਅੱਜ ਸਾਰੇ ਦੇ ਸਾਰੇ ਉਹ ਵੋਟਰ ਲੋਕ ਕਚਹਿਰੀ ਦੇ ਵਿੱਚ ਲੈ ਕੇ ਆ ਰਹੇ ਨੇ। ਮੋਦੀ ਸਾਹਿਬ ਨੂੰ ਇੰਦਰਾ ਗਾਂਧੀ ਦੀ ਐਮਰਜੈਂਸੀ ਵਾਲੀ ਲੜਾਈ ਨੂੰ ਵੇਖ ਲੈਣਾ ਚਾਹੀਦਾ।
ਉਸ ਵੇਲੇ ਰਾਜ ਨਰਾਇਣ ਇੱਕ ਛੋਟਾ ਜਿਹਾ ਲੀਡਰ ਸੀ। ਉਸ ਵਿਅਕਤੀ ਨੇ ਉਸ ਹੰਕਾਰ ਦੇ ਘੋੜੇ ਤੇ ਚੜ੍ਹੀ ਹੋਈ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਹਰਾਤਾ ਸੀ। ਇਹ ਲੋਕਤੰਤਰ ਦੇ ਵਿੱਚ ਜਦੋਂ ਕੋਈ ਬੰਦਾ ਅੱਤ ਚੱਕ ਲੈਂਦਾ ਨਾ ਤੇ ਫਿਰ ਅੰਤ ਵੱਲ ਨੂੰ ਵਾਧਾ ਹੁੰਦਾ। ਇਹ ਸੋਚ ਲੈਣਾ ਚਾਹੀਦਾ ਕਿ ਉਧਰ ਨੂੰ ਜਾਣਾ ਕਿ ਨਹੀਂ ਜਾਣਾ। ਜਿਹੜੀ ਗੱਲ ਚਰਚਾ ਦੇ ਵਿੱਚ ਆਪਾਂ ਕਰ ਰਹੇ ਹਾਂ ਅੱਜ ਹੀ ਨਿਤਿਨ ਗਡਕਰੀ ਦਾ ਬਿਆਨ ਸਮਝੋ। ਨਿਤਿਨ ਗਡਕਰੀ ਕਹਿੰਦਾ ਕਿ ਸਾਡੇ ਜਿਹੜੇ ਕੇਂਦਰ ਦੇ ਬਹੁਤ ਸਾਰੇ ਮਹਿਕਮੇ ਨੇ ਉਹਨਾਂ ਦੇ ਜਿਹੜੇ ਅਧਿਕਾਰੀ ਨੇ ਉਹ ਪਾਸ ਕੁਝ ਕੀਤਾ ਹੁੰਦਾ ਤੇ ਲਾਗੂ ਕੁਝ ਕਰ ਦਿੰਦੇ ਨੇ। ਇਹਨਾਂ ਨੂੰ ਹੁਣ ਬਾਹਰ ਦਾ ਰਸਤਾ ਦਿਖਾਉਣ ਦੀ ਲੋੜ ਹੈ। ਇਹਦਾ ਮਤਲਬ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਤਾਂ ਸਿਆਸੀ ਆਗੂਆਂ ਦੀ ਜਿਹੜੀ ਇਹ ਅਫਸਰਸ਼ਾਹੀ ਹੈ ਜਿਹੜੀ ਸਦਾ ਹੀ ਇਸ ਤੇ ਭਾਰੂ ਰਹੀ ਹੈ ਲੋਕਾਂ ਦੇ ਉੱਤੇ, ਸਰਕਾਰਾਂ ਦੇ ਉੱਤੇ। ਸਰਕਾਰਾਂ ਬਦਲ ਜਾਂਦੀਆਂ ਨੇ, ਅਫਸਰ ਉੱਥੇ ਬੈਠਾ ਹੈ, ਉਹਦਾ ਕਮਰਾ ਬਦਲ ਸਕਦਾ, ਉਹਦਾ ਅਹੁਦਾ ਨਹੀਂ ਬਦਲਦਾ। ਇਸ ਕਰਕੇ ਮੋਦੀ ਸਾਹਿਬ ਨੂੰ ਇਸ ਪਾਸੇ ਵੱਲ ਸੋਚਣਾ ਚਾਹੀਦਾ ਹੈ ਕਿ ਕਿਸਾਨੀ ਸੰਘਰਸ਼ ਜਿਹੜੇ ਪਾਸੇ ਨੂੰ ਜਾ ਰਿਹਾ ਹੈ। ਮੈਂ ਪਹਿਲੇ ਹੀ ਗੱਲ ਕਹੀ ਸੀ ਕਿ ਕਿਸਾਨਾਂ ਨੇ ਪਹਿਲੀ ਵਾਰ ਕਿਸੇ ਸਿਆਸੀ ਧਿਰ ਦੇ ਆਗੂ ਨੂੰ ਉੱਥੇ ਵੜਨ ਨਹੀਂ ਦਿੱਤਾ। ਇਸੇ ਕਰਕੇ ਕਿਸਾਨੀ ਅੰਦੋਲਨ ਇੱਥੋਂ ਤੱਕ ਚੱਲ ਗਿਆ। ਜੇ ਇਹਨਾਂ ਨੇ ਅਜੇ ਵੀ ਧੱਕਾ ਵਰਤਿਆ ਤਾਂ ਪੰਜਾਬ ਦਾ ਜਿਹੜਾ ਕਿਸਾਨ ਹੈ ਨਾ ਉਹ ਹੁਣ ਇਕੱਲਾ ਨਹੀਂ ਰਿਹਾ। ਜੇ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਦੇ ਉੱਤੇ ਬੰਦ ਸੀ, ਹੁਣ ਹਰਿਆਣੇ ਵਾਲਿਆਂ ਨੇ ਵੀ ਜਾ ਕੇ ਟੋਲ ਪਲਾਜ਼ੇ ਬੰਦ ਕਰਤੇ ਤੇ ਉਹਨਾਂ ਨੇ ਆਪਦੇ ਦੁਸ਼ਯੰਤ ਚੌਟਾਲੇ ਨੂੰ ਇੱਕ ਅਲਟੀਮੇਟਮ ਦਿੱਤਾ ਕਿ ਜਾਂ ਤਾਂ ਚੁੱਪ ਕਰਕੇ ਬੰਦੇ ਦਾ ਪੁੱਤ ਬਣ ਕੇ ਸਾਡੇ ਨਾਲ ਤੁਰ ਪੈ, ਨਹੀਂ ਜੋ ਹਸ਼ਰ ਤੇਰਾ ਆਉਣ ਵਾਲੇ ਸਮੇਂ 'ਚ ਆਉਣਾ ਹੈ। ਮੈਨੂੰ ਲੱਗਦਾ ਕਿ ਜਿਹੜੀ ਬਿਹਾਰ ਦੀਆਂ ਚੋਣਾਂ ਆ ਰਹੀਆਂ ਨੇ ਨਾ, ਜਿਹੜੇ ਇਹ ਹੰਕਾਰ ਦੇ ਘੋੜੇ ਤੇ ਇਸ ਵੇਲੇ ਚੜ੍ਹੇ ਹੋਏ ਨੇ ਨਰਿੰਦਰ ਮੋਦੀ ਤੇ ਉਹਦੇ ਬੰਦੇ, ਉਹ ਲੱਗਦਾ ਜਿਸ ਤਰ੍ਹਾਂ ਦੇ ਉੱਥੋਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਇਹ ਤਾਂ ਬਿਹਾਰ ਦੇ ਵੋਟਰ ਦੱਸਣਗੇ, ਪਰ ਉੱਥੋਂ ਕੁਝ ਨਾ ਕੁਝ ਇਹ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਨਤੀਜੇ ਉਹਨਾਂ ਦੇ ਜਿਹੜੇ ਹੈ ਮੋਦੀ ਸਰਕਾਰ ਦੇ ਹੰਕਾਰ ਨੂੰ ਢਾਉਣ ਵਾਲੇ ਸਾਬਤ ਹੋਣਗੇ। ਪੰਜਾਬ ਦੇ ਵਿੱਚ ਤੁਸੀਂ ਗੱਲ ਕੀਤੀ ਆ ਨਾ, ਮਤਲਬ ਜਿੰਨਾ ਵਿਰੋਧ ਇਸ ਵੇਲੇ ਪੈਦਾ ਕੀਤਾ ਜਾ ਰਿਹਾ ਕਿ ਇਹਨਾਂ ਦੀ ਬਾਂਹ ਮਰੋੜੋ। ਬਾਂਹ ਮਰੋੜਨ ਤੋਂ ਬਾਅਦ ਇਹ ਵੀ ਸੋਚਣਾ ਚਾਹੀਦਾ ਸਰਹੱਦੀ ਸੂਬਾ ਹੈ। ਸਰਹੱਦੀ ਸੂਬਾ ਹੋਣ ਕਰਕੇ ਜਿਹੜੇ ਗੁਆਂਢੀ ਮੁਲਕ ਦੀਆਂ ਚਾਲਾਂ ਨੇ ਉਸ ਤੋਂ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਜੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਦੂਜੇ ਪਾਸੇ ਪ੍ਰਧਾਨ ਮੰਤਰੀ ਕਹਿੰਦਾ ਕਿ ਮੈਂ ਗੱਲ ਕਰ, ਇਹ ਤਾਂ ਜੋ ਕਾਨੂੰਨ ਬਣ ਕੇ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਥੇ ਬਦਕਿਸਮਤੀ ਇਸ ਹੈ ਜਿਹੜੇ ਬੰਦੇ ਕਾਨੂੰਨ ਬਣਾਉਂਦੇ ਨੇ ਉਹਨਾਂ ਦਾ ਕਾਨੂੰਨਾਂ ਨਾਲ ਦੂਰ ਦਾ ਵਾਸਤਾ ਨਹੀਂ ਹੁੰਦਾ। ਕਿ ਆ ਜਿਹੜੇ ਬੰਦਿਆਂ ਨੇ ਕਾਨੂੰਨ ਬਣਾਏ ਨੇ ਕੋਈ ਇੱਕ ਬੰਦਾ ਸਾਬਤ ਕਰ ਦਿਓ ਜਿਹੜਾ ਉਹਦੇ ਵਿੱਚੋਂ ਕਿਸਾਨੀ ਨਾਲ ਸੰਬੰਧਿਤ ਹੋਵੇ। ਚੰਗਾ ਤਾਂ ਇਹ ਹੈ ਕਿ ਪਹਿਲਾਂ ਇਹਦੇ ਤੇ ਤਿਆਰੀ ਕੀਤੀ ਜਾਂਦੀ। ਕਿਸਾਨਾਂ ਦੇ 250 ਜਥੇਬੰਦੀਆਂ ਹਿੰਦੁਸਤਾਨ ਦੀਆਂ, ਉਹਨਾਂ ਦੇ 2-2 ਨੁਮਾਇੰਦੇ ਬੁਲਾ ਕੇ ਵੀ 500 ਬੰਦੇ ਹੀ ਹੁੰਦਾ ਨਾ, ਉਹਨਾਂ ਨਾਲ 1 ਦਿਨ 2 ਦਿਨ 4 ਦਿਨ 10 ਦਿਨ ਬੈਠ ਕੇ ਗੱਲ ਕੀਤੀ ਜਾਂਦੀ ਵੀ ਅਸੀਂ ਆਹ ਲਾਗੂ ਕਰਨ ਲੱਗੇ ਹਾਂ, ਤੁਸੀਂ ਦੱਸੋ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਜਿਹੜੀ ਗੱਲ ਠੀਕ ਨਹੀਂ ਹੈਗੀ। ਫਿਰ ਜਿਵੇਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਤਾਂ ਜਿਵੇਂ ਇਹ ਪਾਸ ਕਰਾਏ ਨੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਜਦੋਂ ਤੱਕ ਇਹ ਕਿਸਾਨਾਂ ਨੂੰ ਸੰਤੁਸ਼ਟ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨਾਂ ਨੇ ਇਹ ਰੇਲ ਪਟੜੀਆਂ ਤੋਂ ਨਹੀਂ ਹਟਣਾ। ਔਰ ਕਿਸਾਨੀ ਵੀ ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਦਾ ਜਿਹੜਾ ਜਿਵੇਂ ਉਗਰਾਹਾਂ ਗਰੁੱਪ ਹੈ, ਉਗਰਾਹਾਂ ਗਰੁੱਪ ਨੇ ਸਭ ਤੋਂ ਪਹਿਲਾਂ ਕਿਹਾ ਕਿ ਅਸੀਂ ਦਿੱਲੀ ਜਾਵਾਂਗੇ, ਜਦ ਕਿ ਦੂਜਿਆਂ ਨੇ ਬਾਅਦ ਕੀਤਾ। ਇੱਕ ਧਿਰ ਸੁਪਰੀਮ ਕੋਰਟ ਦੇ ਵਿੱਚ ਚਲੀ ਗਈ ਮਾਮਲਾ ਲੈ ਕੇ, ਤਾਂ ਕਿ ਉਹਦੇ ਪਿੱਛੇ ਵੀ ਉਹ ਸਿਆਸੀ ਧਿਰ ਕੰਮ ਕਰਦੀ ਸੀ, ਭਾਵੇਂ ਉਹ ਅਲੱਗ ਹੋ ਗਈ ਹੈ। ਅਜੇ ਤੱਕ ਕਿਸਾਨਾਂ ਦੇ ਮਨਾਂ ਦੇ ਵਿੱਚ ਇਹ ਨਹੀਂ ਗਿਆ ਕਿ ਉਹ ਅਲੱਗ ਵਾਲੀ ਕੋਈ ਗੱਲ ਕਰ ਰਿਹਾ ਹੈ। ਤੁਸੀਂ ਮੈਨੂੰ ਦੇਖੋ ਵੀ ਰੋਜ਼ ਦੀ ਰੋਜ਼ ਇੰਨੇ ਬੰਦੇ ਭਾਰਤੀ ਜਨਤਾ ਪਾਰਟੀ ਦੇ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ। ਭਾਵ ਜੇ ਕੱਲ੍ਹ ਨੂੰ ਸਮਝੌਤਾ ਹੋ ਗਿਆ, ਇਕੱਠੇ ਹੋ ਗਏ, ਤਾਂ ਗਏ ਤਾਂ ਕਿਤੇ ਨਹੀਂ, ਚਾਚੇ ਦੇ ਘਰੇ ਨਹੀਂ ਤਾਂ ਤਾਏ ਦੇ ਘਰੇ ਬੈਠੇ ਨੇ। ਸੋ ਲਗਾਤਾਰ ਇਸ ਤਰ੍ਹਾਂ ਦੀਆਂ ਕਿਹਾ ਨੇ। ਅਜੇ ਤੱਕ ਅਕਾਲੀ ਦਲ ਦੇ ਕਈ ਆਗੂਆਂ ਨਾਲ ਗੱਲ ਹੋਈ, ਮੈਂ ਕਿਹਾ ਯਾਰ ਤੁਸੀਂ ਭਾਵੇਂ ਛੱਡ ਤਾਂ ਆਏ ਹੋ, ਪਰ ਲੋਕ ਤੁਹਾਨੂੰ ਮੰਨਣ ਨੂੰ ਤਿਆਰ ਨਹੀਂ ਹੈ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਚੁੰਗਲ ਚੋਂ ਨਿਕਲ ਕੇ ਆ ਗਏ ਹੋ। ਤੇ ਇਹ ਸਾਰਾ ਕੁਝ ਸਪਸ਼ਟ ਹੋਣ ਦੀ ਜ਼ਰੂਰਤ ਹੈ। ਕਦੇ ਅੱਜ ਤੱਕ ਇਹਨਾਂ ਨੇ ਇਹ ਦੱਸਿਆ ਕਿ ਫਸਲਾਂ ਦੀ ਜਿਹੜੀ ਇਨਪੁੱਟ ਹੈ, ਉਹਦੇ ਖਰਚਾ ਹੈ, ਉਹ ਕਿੰਨੇ % ਹਰ ਸਾਲ ਵੱਧ ਜਾਂਦਾ ਹੈਗਾ। 100 ਰੁਪਇਆ ਭਾਅ ਵਧਾ ਕੇ 500 ਰੁਪਇਆ ਖਰਚਾ ਵੱਧ ਜਾਂਦਾ ਹੈ। ਜਦੋਂ ਕਿਸਾਨ ਕੋਲੇ ਸਵਾਮੀਨਾਥਨ ਦਾ ਇਹਨਾਂ ਨੇ ਕਹਿਤਾ ਵੀ 2022 ਚ ਅਸੀਂ ਦੁੱਗਣੀ ਕਰ ਦਿਆਂਗੇ। ਡਾਕਟਰ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਪਈ ਹੈ, ਸਾਰੀਆਂ ਕਿਸਾਨ ਜਥੇਬੰਦੀਆਂ ਹਿੰਦੁਸਤਾਨ ਦਾ ਉਹ ਭਾਅ ਮੰਗਦੀਆਂ ਨੇ ਕਿ ਇਨਪੁੱਟ ਦੇ ਵਿੱਚ 50% ਮੁਨਾਫਾ ਪਾ ਕੇ ਭਾਅ ਦੇ ਦਿੱਤਾ ਜਾਵੇ। ਔਰ ਸਾਰੀਆਂ ਕਿਸਾਨ ਜਥੇਬੰਦੀਆਂ ਇਸ ਗੱਲ ਤੇ ਇੱਕਮਤ ਨੇ ਕਿ ਅਸੀਂ ਸਾਰੀਆਂ ਸਬਸਿਡੀਆਂ ਛੱਡੀਆਂ। ਜਿਹੜੀ ਤੁਸੀਂ ਆ ਪਰਾਲੀ ਵਾਲੀ ਗੱਲ ਕੀਤੀ ਆ, ਪਰਾਲੀ ਦੀਆਂ ਜਿਹੜੀਆਂ ਅੱਗਾਂ ਦਾ ਅੰਕੜਾ ਪੰਜਾਬ ਦਾ ਉਹ 12,000 ਤੋਂ ਵੱਧ ਇਸ ਵੇਲੇ ਪੰਜਾਬ 'ਚ ਲੱਗੀ ਹੈ। ਜਦੋਂ ਪੰਜਾਬ ਦੇ ਵਿੱਚ ਜਿਹੜੀ ਇਹਦਾ ਅੰਕੜਾ ਸੀਗਾ ਜਗਤਾਰ ਜੀ 150 ਤੋਂ ਉੱਪਰ ਨਹੀਂ ਸੀਗਾ,
ਤਾਂ ਉਸ ਵੇਲੇ ਵੀ ਦਿੱਲੀ ਦਾ ਜਿਹੜਾ ਪ੍ਰਦੂਸ਼ਣ ਦਾ ਹਵਾ ਗੁਣਵੱਤਾ ਦਾ ਸੂਚਕਾਂਕ ਸੀ ਉਹ 350 ਸੀ। ਇਹਦਾ ਮਤਲਬ ਪੰਜਾਬ ਦਾ 150, ਉੱਥੇ 350, ਪਰ ਪੰਜਾਬ ਉਹਦੇ ਲਈ ਜ਼ਿੰਮੇਵਾਰ ਕਿਵੇਂ ਹੋ ਗਿਆ? ਅੱਜ ਵੀ ਤੁਸੀਂ ਤਾਜ਼ੇ ਅੰਕੜੇ ਚੱਕ ਲਓ, 1 ਦਰਜਨ ਖੇਤਰ ਹਰਿਆਣੇ ਦੇ ਤੇ ਦਿੱਲੀ ਦਾ, ਉਹਦਾ ਜਿਹੜਾ ਹਵਾ ਗੁਣਵੱਤਾ ਅੰਕੜਾ ਉਹ 350 ਹੈ, 300 ਪਲੱਸ ਹੈ, ਤੇ ਪੰਜਾਬ ਦਾ 200 ਘੱਟ ਹੈ ਸਾਰਿਆਂ ਦਾ ਹੀ। ਇਹਦਾ ਮਤਲਬ ਪੰਜਾਬ ਜ਼ਿੰਮੇਵਾਰ ਨਹੀਂ। ਇਹ ਜਿਹੜੇ ਟ੍ਰਿਬਿਊਨਲਾਂ ਬਣਾ ਕੇ ਲੱਖਾਂ ਰੁਪਇਆ ਖਰਚ ਕੀਤਾ ਹੈ, 3400 ਕਰੋੜ ਰੁਪਇਆ ਆਪਦੇ ਜਹਾਜ਼ ਤੇ 8400 ਕਰੋੜ ਖਰਚ ਕਰਤਾ। ਉਹ 8400 ਕਰੋੜ ਰੁਪਏ ਦੀਆਂ ਮਸ਼ੀਨਾਂ ਤੇ ਟਰੈਕਟਰ ਪੰਜਾਬ ਤੇ ਹਰਿਆਣੇ ਨੂੰ ਦੇਣ ਦੇ ਆਉਣ ਵਾਲੇ ਸਮੇਂ ਦੀ ਅੱਗੇ ਕਦੇ ਲੱਗਣੀ ਨਹੀਂ ਸੀ। ਥੈਂਕ ਯੂ ਵੈਰੀ ਮਚ ਢਿੱਲੋਂ ਸਾਹਿਬ, ਬਹੁਤ ਮਿਹਰਬਾਨੀ। ਮੈਂ ਆਪਣੇ ਤਿੰਨਾਂ ਸੀਨੀਅਰ ਜਰਨਲਿਸਟ ਦੋਸਤਾਂ ਦਾ ਧੰਨਵਾਦੀ ਹਾਂ, AS ਪ੍ਰਾਸ਼ਾ ਜੀ, ਹਰਕਮਲ ਜੀ, ਜਸਪਾਲ ਢਿੱਲੋਂ ਜੀ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਮੁੱਦੇ ਤੇ ਕਿਸ ਤਰੀਕੇ ਦੇ ਨਾਲ ਕੇਂਦਰ ਦੀਆਂ ਗਲਤ ਨੀਤੀਆਂ ਕਰਕੇ ਇੱਕ ਹੱਸਦਾ ਵਸਦਾ ਸ਼ਾਂਤ ਪੰਜਾਬ ਬਰਬਾਦੀ ਵੱਲ, ਵੱਡੇ ਸੰਕਟ ਵੱਲ ਧੱਕਿਆ ਜਾ ਰਿਹਾ ਹੈ। ਬਹੁਤ ਵੱਡੇ ਸਵਾਲ ਜਿਹੜੇ ਹੈਗੇ ਜਰਨਲਿਸਟਾਂ ਦੀ ਡਿਬੇਟ ਛੱਡ ਕੇ ਜਾ ਰਹੀ ਹੈ। ਕੌਣ ਹੋਏਗਾ ਜ਼ਿੰਮੇਵਾਰ ਪੰਜਾਬ ਦੀ ਬਰਬਾਦੀ ਲਈ ਜੇ ਇਸ ਨੂੰ ਇਸੇ ਪਾਸੇ ਵੱਲ ਤੋਂ ਨਾ ਰੋਕਿਆ ਗਿਆ? ਉਮੀਦ ਹੈ ਸਾਡੇ ਦਰਸ਼ਕਾਂ ਨੂੰ ਜਿਹੜੇ ਸਵਾਲ ਖੜੇ ਹੋਏ ਹੈ ਉਹ ਜ਼ਰੂਰ ਇਹਨਾਂ ਮੁੱਦਿਆਂ ਤੇ ਚਰਚਾ 'ਚ ਲੈ ਕੇ ਆਉਣਗੇ। ਮੈਂ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਵੱਲੋਂ, ਜਿੱਥੇ ਆਪਣੇ ਸੀਨੀਅਰ ਜਰਨਲਿਸਟਾਂ ਦਾ ਧੰਨਵਾਦੀ ਹੈ, ਉੱਥੇ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਵੀ ਇੱਕ ਸੁਨੇਹਾ ਹੈ। ਇੱਕ ਬੜੀ ਮੀਡੀਆ ਦੀ ਬੇਬਾਕ ਤੇ ਸੱਚ ਦੀ ਪੇਸ਼ਕਾਰੀ ਵਾਲੀ ਡਿਬੇਟ ਹੈ। ਤੁਸੀਂ ਆਪਣੇ ਕਮਿਊਨੀਕੇਸ਼ਨ ਦੇ ਸੋਰਸਸ ਤੇ ਸ਼ੇਅਰ ਜ਼ਰੂਰ ਕਰਾਂਗੇ, ਕਿਉਂਕਿ ਜੋ ਪੰਜਾਬ ਦੀ ਗੱਲ ਕਰਦੇ ਆ, ਸੱਚ ਦੀ ਗੱਲ ਕਰਦੇ ਆ, ਤਾਂ ਹਰ ਘਰ ਤੇ ਹਰ ਜ਼ੁਬਾਨ ਦੇ ਉੱਤੇ ਹੋਣੀ ਚਾਹੀਦੀ ਹੈ। ਉਹਨਾਂ ਦੇ ਧੰਨਵਾਦੀ ਹੈ। ਤੁਹਾਡੇ ਲਈ ਸੁਨੇਹਾ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।